ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕਰੀਏ ਜੀ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ। ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ। ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣਿਆ। ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣਿਆ। ਵਾਹਿਗੁਰੂ, ਇਹ ਪਵਿੱਤਰ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ, ਜਿਨ੍ਹਾਂ ਦਾ ਉਚਾਰਨ ਕੀਤਾ ਹੋਇਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 120 ਉੱਪਰ ਸੁਭਾਏਮਾਨ ਹੈ। ਸਤਿਗੁਰੂ ਪਾਤਸ਼ਾਹ ਜੀ ਆਪਣੇ ਜੀਵਨ ਦੇ ਤਜਰਬੇ ਵਿੱਚੋਂ ਇਸ ਪਵਿੱਤਰ ਬਾਣੀ ਦਾ ਉਚਾਰਨ ਕਰਦੇ ਹਨ ਕਿ ਜਿਸ ਪਰਮਾਤਮਾ ਨੂੰ ਦੁਨੀਆ ਜਿਹੜੀ ਹੈ ਤੀਰਥਾਂ, ਤੱਟਾਂ, ਜੰਗਲਾਂ ਆਦਿ ਵਿੱਚੋਂ ਲੱਭਦੀ ਫਿਰਦੀ ਹੈ, ਮੈਨੂੰ ਗੁਰੂ ਨੇ ਕੋਲੋਂ ਹੀ ਦਿਖਾ ਦਿੱਤਾ। ਕਿਉਂਕਿ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ ਆਪਣੇ ਜੀਵਨ ਦਾ ਇਹ ਤਜਰਬਾ ਹੈ। ਜਦੋਂ ਉਹ ਗੁਰੂ ਕੋਲ ਗਏ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ 65 ਸਾਲ ਦੇ ਪਿਛਲੇ ਤਜਰਬੇ ਨੂੰ ਬਰਾਬਰ ਰੱਖ ਕੇ ਦੇਖਿਆ ਤਾਂ ਸਮਝ ਆਈ ਵੀ ਗੁਰੂ ਤੋਂ ਬਿਨਾਂ ਗੱਲ ਨਹੀਂ ਬਣਦੀ। ਵਾਕਿਆ ਹੀ ਬੰਦੇ ਨੂੰ ਗੁਰੂ ਵਾਲੇ ਬਣਨਾ ਚਾਹੀਦਾ। ਜਦੋਂ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹਨਾਂ 'ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਜਿਸ ਪਰਮਾਤਮਾ ਨੂੰ ਦੁਨੀਆ ਜੰਗਲਾਂ ਵਿੱਚੋਂ ਲੱਭਦੀ ਫਿਰਦੀ ਹੈ, ਉਹ ਪਰਮਾਤਮਾ ਹਰ ਮਨੁੱਖ ਦੇ ਨਾਲ ਹੀ ਹੈ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਜਾਂ ਇਉਂ ਕਹਿ ਲੋ ਕਾਹੇ ਰੇ ਬਣ ਖੋਜਣ ਜਾਹੀ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਹੀ। ਪਰਮੇਸ਼ਰ ਨੂੰ ਲੱਭਣ ਲਈ ਜੰਗਲਾਂ ਵੀ ਜਾਣ ਦੀ ਲੋੜ ਨਹੀਂ। ਹਸੰਦਿਆਂ, ਖਿਲੰਦਿਆਂ, ਪਹਿਨੰਦਿਆਂ, ਖਵੰਦਿਆਂ ਵਿੱਚੇ ਹੋਵੇ ਮੁਕਤ। ਨਾਨਕ ਸਤਿਗੁਰ ਭੇਟਿਆ ਐਸੀ ਹੋਵੇ ਜੁਗਤ। ਗੁਰੂ ਐਸੀ ਜੁਗਤੀ ਬਣਾ ਦਿੰਦਾ ਹੈ ਕਿ ਗੁਰੂ ਨੂੰ ਮਿਲ ਕਰਕੇ ਉਹ ਪਰਮਾਤਮਾ ਕੋਲੋਂ ਹੀ ਮਿਲ ਜਾਂਦਾ ਹੈ ਅਤੇ ਜੀਵ ਉਹਦੇ ਵਿੱਚ ਮਿਲ ਕੇ ਸੰਸਾਰ ਸਮੁੰਦਰ 'ਚੋਂ ਨਿਕਲ ਜਾਂਦਾ, ਮੁਕਤ ਹੋ ਜਾਂਦਾ। ਇਸ ਕਰਕੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ, ਜਿਸ ਨੂੰ ਸੰਸਾਰ, ਦੁਨੀਆ, ਜੰਗਲਾਂ ਵਿੱਚੋਂ ਜਾ ਕੇ ਲੱਭਣਾ ਚਾਹੁੰਦੀ ਆ, ਅਨੇਕਾਂ ਤਰ੍ਹਾਂ ਦੇ ਕਰਮ ਕਾਂਡ, ਜਲ ਧਾਰੇ, ਧੂਣੀਆਂ ਤਾਪਣੀਆਂ, ਪੁੱਠੇ ਸਿੱਧੇ ਲਮਕਣਾ,
ਇੱਦਾਂ ਦੇ ਢੰਗ ਨਾਲ ਜਿਹੜੀ ਦੁਨੀਆ ਰੱਬ ਨੂੰ ਲੱਭਣਾ ਚਾਹੁੰਦੀ ਹੈ, ਇਉਂ ਲੱਭਣ ਦੀ ਲੋੜ ਨਹੀਂ, ਉਹ ਤਾਂ ਪ੍ਰੇਮ ਦੇ ਨਾਲ ਮਿਲਦਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਾ ਵਾਸਾ ਤਾਂ ਸਭ ਦੇ ਹਿਰਦੇ ਵਿੱਚ ਹੈ। ਤੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਗੁਰ ਕੈ ਸ਼ਬਦ ਹਿਰਦੈ ਦਿਖਾਇਆ। ਜਦੋਂ ਮੈਂ ਗੁਰੂ ਕੋਲ ਗਿਆ ਤਾਂ ਗੁਰੂ ਨੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਮੈਨੂੰ ਮੇਰੇ ਹਿਰਦੇ ਵਿੱਚ ਹੀ ਵਿਖਾ ਦਿੱਤਾ, ਜਿਸ ਨੂੰ ਮਿਲਣ ਕਰਕੇ ਮਾਇਆ ਮੋਹ ਸ਼ਬਦ ਜਲਾਇਆ। ਜਿਹੜੇ ਮੋਹ ਮਾਇਆ ਮਮਤਾ ਦੇ ਖਿਆਲ ਸੀ ਸੁਰਤ ਵਿੱਚ, ਉਹ ਸਾਰੇ ਜਲ ਗਏ, ਮਤਲਬ ਖਤਮ ਹੋ ਗਏ। ਮਾਇਆ ਤੋਂ ਭਾਵ ਹੈ ਪੈਸਾ ਨਹੀਂ ਕੇਵਲ, ਇਹ ਸਾਰੀ ਜੋ ਦਿਖਾਈ ਦੇ ਰਿਹਾ ਇਹ ਮਾਇਆ ਹੀ ਹੈ, ਜਿਹਦੇ ਨਾਲ ਸਾਡਾ ਮੋਹ ਪੈ ਗਿਆ। ਤੇ ਮੋਹ ਪੈਣ ਕਰਕੇ ਮਨੁੱਖ ਆਪਣੇ ਪਿਛੋਕੜ ਨੂੰ ਭੁੱਲ ਗਿਆ ਕਿ ਮੈਂ ਕਿੱਥੋਂ ਆਇਆ ਤੇ ਉੱਥੇ ਵਾਪਸ ਕਿਵੇਂ ਜਾਵਾਂ। ਔਰ ਅੱਜ ਦਾ ਨਹੀਂ, ਪ੍ਰੀਤਮ ਜੀ ਕਹਿੰਦੇ ਅਰਬਾਂ ਖਰਬਾਂ ਸਾਲਾਂ ਤੋਂ 84 ਲੱਖ ਜੂਨਾਂ ਭੋਗਦਾ ਫਿਰਦਾ ਹੈ, ਪਰ ਆਪਣੇ ਘਰੇ ਜਾਣ ਦਾ ਰਸਤਾ ਭੁੱਲ ਗਿਆ। ਤੇ ਜਦੋਂ ਗੁਰੂ ਨੂੰ ਮਿਲਿਆ ਤੇ ਗੁਰੂ ਨੇ ਉਹ ਰਸਤਾ ਦੱਸਿਆ। ਗੁਰੂ ਅਮਰਦਾਸ ਮਹਾਰਾਜ ਜੀ ਨੇ ਮਾਣਿਆਂ ਦੇ ਮਾਣ ਸਤਿਗੁਰੂ ਕਹਿੰਦੇ, ਗੁਰੂ ਨੇ ਉਹ ਰਸਤਾ ਅੰਦਰੋਂ ਹੀ ਦਿਖਾਇਆ, ਕਿਉਂਕਿ ਉਹ ਰਸਤਾ ਅੰਦਰ ਦੀ ਜਾਂਦਾ, ਦੁਨੀਆ ਬਾਹਰ ਭਾਲਦੀ ਹੈ। ਦੁਨੀਆ ਇਹਨਾਂ ਅੱਖਾਂ ਦੇ ਰਾਹੀਂ ਬਾਹਰੋਂ ਲੱਭਣਾ ਚਾਹੁੰਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਇਹਨਾਂ ਅੱਖਾਂ ਨੂੰ ਮੋੜ ਕੇ ਅੰਦਰ ਲਾ। ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਹੈ ਜਿਨ੍ਹਾਂ ਨਾਲ ਮੇਰਾ ਮਾਲਕ ਦਿਸਦਾ। ਹੋਰ ਦਾ ਮਤਲਬ ਇਹ ਅੱਖਾਂ ਜਿਹੜੀਆਂ ਬਾਹਰ ਦੇਖਦੀਆਂ, ਇਹਨਾਂ ਨਾਲ ਅੰਦਰ ਜਾਣਾ। ਪਿਆਰਿਆਂ ਦਾ ਬਚਨ ਹੈ, ਭਗਤਾਂ ਦੇ ਸਾਧੂਆਂ ਦੇ ਬਚਨ ਹਨ। ਅੱਖਾਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ। ਉੱਥੇ ਤਾਂ ਇਹਨਾਂ ਕਰਮ ਇੰਦਰੀ ਗਿਆਨ ਇੰਦਰੀਆਂ ਤੋਂ ਪਰੇ ਦੀ ਗੱਲ ਹੈ। ਇਹ ਸਾਰੇ ਸੁਰਤ ਦੇ ਕੰਮ ਹਨ। ਜਦੋਂ ਕੋਈ ਮਨੁੱਖ ਸੁਰਤ ਦੇ ਨਾਲ ਸ਼ਬਦ ਨਾਲ ਜੁੜਦਾ ਹੈ ਤਾਂ ਫਿਰ ਉੱਥੇ ਇਹਨਾਂ ਇੰਦਰੀਆਂ ਦੀ ਲੋੜ ਨਹੀਂ ਪੈਂਦੀ। ਜੋ ਇਹਨਾਂ ਤੋਂ ਸੂਖਮ ਇੰਦਰੀ ਮਨੁੱਖ ਦੇ ਅੰਦਰ ਹਨ, ਉਹ ਕੰਮ ਕਰਦੇ ਆ। ਪ੍ਰੀਤਮ ਦਾ ਇੱਕ ਬਚਨ ਹੈ ਭਗਤ ਕਬੀਰ ਸਾਹਿਬ ਜੀ ਦਾ, ਖੈਰ ਗੁਰਬਾਣੀ ਤੋਂ ਬਾਹਰ ਹੈ। ਉਹ ਕਹਿੰਦੇ ਹਨ, ਚੱਲ ਹੰਸਾ ਉਨ ਦੇਸ, ਦੇਸ ਤਨੈ ਨਿਜਦਰ ਸਾਧੂ ਰੇ। ਨੌ ਕੋਸ ਕਾ ਪੰਧ ਏਕ ਛਿਨ ਮਾਹੇ ਮੁਕਾ ਦੂੰ ਰੇ। ਬੰਧਨ ਤੋੜੂੰ ਦਾਸ ਕਾ ਸ਼ਰਨ ਹਮਾਰੀ ਆ, ਨਾਮ ਕੀ ਡੋਰ ਚੜਾ ਦੂੰ ਰੇ। ਕਹੈ ਕਬੀਰ ਸੁਣ ਧਰਮੀ ਦਾਸਾ, ਤਨੈ ਵਹੀਂ ਵਸਾ ਦੂੰ ਰੇ। ਤੋ ਇਹ ਕਬੀਰ ਸਾਹਿਬ ਜੀ ਦੇ ਕੁਝ ਬਚਨ ਹਨ। ਉਹਨਾਂ ਦਾ ਗ੍ਰੰਥ ਹੈ ਚੌਰਾ ਗ੍ਰੰਥ ਹੈ, ਜਿਸ ਦਾ ਨਾਮ, ਉਸ ਦੇ ਵਿੱਚ ਉਹਨਾਂ ਦੀ ਬੇਅੰਤ ਬਾਣੀ ਇਸ ਤਰ੍ਹਾਂ ਦੀ ਹੈ। ਬਹੁਤ ਸਾਰੀ ਬਾਣੀ ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਦਰਜ ਕਰ ਦਿੱਤੀ। ਗੁਰ ਕਾ ਸ਼ਬਦ ਅਨਮੋਲ ਖਬਰ ਪੜੀ ਜਿਸਨੇ ਲਿਆ। ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਇਹ ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਰ ਲਿਆ। ਤੇ ਫਿਰ ਉਹ ਸੁਰਤ ਕਿਵੇਂ ਚੱਲੀ? ਚੋਂਚ ਨ ਪਾਖ ਨ ਪਾਵ ਬਿਨ ਗਵਨ ਕੀਆ। ਨਾ ਉੱਥੇ ਚੁੰਝ ਦੀ ਲੋੜ, ਨਾ ਪੈਰਾਂ ਦੀ ਲੋੜ, ਨਾ ਖੰਭਾਂ ਦੀ ਲੋੜ। ਭਾਵ ਸੁਰਤ ਦਾ ਸ਼ਬਦ ਨਾਲ ਮਿਲਾਪ ਹੋਣਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਵੀ ਇਹ ਕਲਾ ਵਰਤੀ ਜਦੋਂ, ਤੇ ਉਹਨਾਂ ਨੇ ਫਿਰ ਕਹਿ ਦਿੱਤਾ ਕਿ ਮੈਨੂੰ ਗੁਰੂ ਨੇ ਅੰਦਰੋਂ ਹੀ ਮਿਲਾ ਦਿੱਤਾ, ਮੈਨੂੰ ਕਿਧਰੇ ਜਾਣ ਦੀ ਲੋੜ ਨਹੀਂ ਪਈ। ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ। ਤੇ ਉਸ ਨੂੰ ਦੇਖਦਿਆਂ ਹੀ ਸੰਸਾਰ ਦੇ ਮੋਹ ਦੇ ਤਾਣੇ ਬਾਣੇ ਟੁੱਟ ਗਏ। ਸੰਸਾਰ ਦਾ ਮੋਹ ਦਾ ਜਾਲ ਹੀ ਟੁੱਟ ਗਿਆ। ਸੱਚੋ ਸੱਚਾ ਵੇਖ ਸਲਾਹੀ। ਜਦੋਂ ਮੈਨੂੰ ਉਹ ਸੱਚ ਦੀ ਸਮਝ ਆਈ ਤੇ ਝੂਠ ਛੁੱਟ ਗਿਆ।
ਜਦੋਂ ਹੀ ਸੱਚ ਦੀ ਸਮਝ ਆਈ ਤੇ ਝੂਠ ਜਿਹੜਾ ਉਹ ਛੁੱਟ ਜਾਂਦਾ। ਉੱਠ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਜਦੋਂ ਹਿਰਦੇ ਵਿੱਚ ਸੱਚ ਵਸ ਗਿਆ, ਝੂਠ ਭੱਜ ਗਿਆ। ਖੁਦ ਹੀ ਜੀਵ ਆਤਮਾ, ਖੁਦ ਹੀ ਮਨ ਕਹਿੰਦਾ ਜਾਓ ਭਈ ਤੁਹਾਡੀ ਕੋਈ ਲੋੜ ਨਹੀਂ, ਕਿਉਂਕਿ ਹੁਣ ਇਸ ਘਰ ਦਾ, ਇਹ ਸਰੀਰ ਦਾ ਮਾਲਕ ਘਰ ਵਿੱਚ ਆ ਗਿਆ। ਤਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਹੀ। ਗੁਰ ਸ਼ਬਦੀ ਸੱਚ ਪਾਵਣਿਆ, ਪਰ ਗੱਲ ਬਣਦੀ ਗੁਰੂ ਦੀ ਕਿਰਪਾ ਨਾਲ ਹੈ। ਜਿਵੇਂ ਭਗਤ ਪੀਪਾ ਜੀ ਕਹਿੰਦੇ ਸਨ, ਪੀਪਾ ਪ੍ਰਣਵੈ ਪਰਮ ਤੱਤ ਹੈ। ਮੈਨੂੰ ਪਤਾ ਲੱਗਿਆ ਕਿ ਮੈਂ ਤਾਂ ਪ੍ਰਮਾਤਮਾ ਦੀ ਅੰਸ਼ ਹਾਂ। ਜਿਵੇਂ ਸੋਨੇ ਦਾ ਨਿੱਕੇ ਤੋਂ ਨਿੱਕਾ ਪੀਸ ਵੀ ਸੋਨਾ ਹੈ, ਵੱਡੇ ਤੋਂ ਵੱਡਾ ਡਲਾ ਵੀ ਸੋਨਾ ਹੈ। ਕੋ ਸਤਨਾਮ ਸ੍ਰੀ। ਉਸੇ ਤਰ੍ਹਾਂ ਹੀ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੀਆਂ ਜੀਵ ਆਤਮਾ ਹੀ ਪਰਮਾਤਮਾ ਦੀ ਅੰਸ਼ ਹੈ। ਬਸ ਭੁਲੇਖਾ ਪੈ ਗਿਆ, ਭੁੱਲ ਗਈ ਆਪਣੇ ਘਰ ਨੂੰ, ਜਿਵੇਂ ਕਿਸੇ ਨੂੰ ਚਾਹੁੰਦੀ ਲੱਗ ਜਾਵੇ। ਇਹ ਮਾਇਆ ਦੇ ਮੋਹ ਨੇ ਇਹਨੂੰ ਆਪਣਾ ਘਰ ਭੁਲਾ ਦਿੱਤਾ, ਤੇ ਜਦ ਗੁਰੂ ਨੇ ਯਾਦ ਕਰਾਇਆ ਤੇ ਮਾਇਆ ਦਾ ਮੋਹ ਟੁੱਟ ਗਿਆ। ਜਿਵੇਂ ਭਾਈ ਜੋਗਾ ਜੀ ਜਾ ਰਹੇ ਸੀ ਅਨੰਦਪੁਰ ਸਾਹਿਬ ਨੂੰ, ਰਸਤੇ ਵਿੱਚ ਗੁਰੂ ਪਿਆਰਿਓ ਹੁਸ਼ਿਆਰਪੁਰੇ ਆ ਕੇ ਵੇਸਵਾ ਦੇ ਚੱਕਰ ਵਿੱਚ ਫਸ ਗਿਆ ਤੇ ਭੁੱਲ ਗਿਆ ਆਪਣੇ ਮਕਸਦ ਨੂੰ। ਔਰ ਵਾਰ-ਵਾਰ ਕਹਿੰਦੇ ਵੇਸਵਾ ਦੇ ਚਵਾਰੇ ਵੱਲ ਜਾਣ ਲੱਗਿਆ। 2-3 ਵਾਰੀ ਤਾਂ ਪਹਿਰੇਦਾਰ ਨੇ ਮੋੜਿਆ ਉਸ ਨੂੰ ਵੀ ਤੇਰਾ ਇੱਧਰ ਕੋਈ ਕੰਮ ਨਹੀਂ, ਵਗ ਜਾ। ਪਰ ਜਦੋਂ ਤੀਜੀ ਚੌਥੀ ਵਾਰ ਫਿਰ ਚਲਿਆ ਗਿਆ ਨਾ, ਤੇ ਪਹਿਰੇਦਾਰ ਤੋਂ ਰਿਹਾ ਨਾ ਗਿਆ। ਤੇ ਪਹਿਰੇਦਾਰ ਕਹਿੰਦਾ, ਓਏ ਯਾਰ ਤੂੰ ਮੈਨੂੰ ਸਿੱਖ ਲੱਗਦਾ, ਤੇਰਾ ਇੱਧਰ ਕੀ ਕੰਮ ਹੈ? ਹੁਣ ਤਾਂ ਨਿਤਨੇਮ ਕਰਨ ਦਾ ਸਮਾਂ, ਤੇਰਾ ਬਾਣੀ ਪੜ੍ਹਨ ਦਾ ਸਮਾਂ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਭਾਈ ਜੋਗੇ ਦਾ ਦਿਮਾਗ ਘੁੰਮ ਗਿਆ। ਕੋ ਸਤਨਾਮ ਸ੍ਰੀ। ਹੈ ਮੈਂ ਕਿੱਧਰ ਚੱਲਿਆ ਸੀ? ਕੱਲ੍ਹ ਤਾਂ ਮੈਂ ਕਹਿੰਦਾ ਆਉਂਦਾ ਸੀ ਮੇਰੇ ਵਰਗਾ ਸਿੱਖ ਹੀ ਕੋਈ ਨਹੀਂ ਜਿਹੜਾ ਘਰ ਵਾਲੀ ਨੂੰ 2 ਲਾਵਾਂ ਲੈ ਕੇ ਛੱਡਿਆ ਆ। ਤੇ ਅੱਜ ਵੀ ਤੇਰੇ ਵਰਗਾ ਕੋਈ ਸਿੱਖ ਨਹੀਂ ਅੰਮ੍ਰਿਤ ਵੇਲੇ ਨਾਮ ਜਪਣ ਵੇਲੇ ਵੇਸਵਾ ਵੱਲ ਜਾਂਦਾ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਆਪ ਹੀ ਪਹਿਰਾ ਦੇ ਕੇ ਖੈਰ ਜੋਗੇ ਨੂੰ ਉਸ ਨਰਕ ਦੇ ਬੂਹੇ ਤੋਂ ਮੋੜ ਲਿਆਂਦਾ, ਫੜ ਲਿਆਂਦਾ। ਤੇ ਜਦੋਂ ਹੀ ਕਹਿੰਦੇ ਪਹਿਰੇਦਾਰ ਨੇ ਇੰਨੀ ਗੱਲ ਕਹੀ, ਉਹ ਭਾਈ ਮੈਨੂੰ ਤੂੰ ਸਿੱਖ ਲੱਗਦਾ, ਸੋਹਣੀ ਪੱਗ ਬੰਨ੍ਹੀ ਹੈ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਤੇ ਜਿਹੜੇ ਅੰਦਰ ਵਿਕਾਰ ਖੜ੍ਹੇ ਸੀ ਸਾਰੇ ਭੱਜ ਗਏ। ਉੱਠ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਪਹਿਰੇਦਾਰ ਦੇ 2 ਸ਼ਬਦਾਂ ਨੇ ਭਾਈ ਜੋਗੇ ਦੇ ਅੰਦਰਲੇ ਵਿਕਾਰਾਂ ਨੂੰ ਭਾਜਣਾ ਪਾਤੀਆਂ। ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣਿਆ। ਉਹ ਗੁਰੂ ਹੀ ਸਨ ਪਹਿਰੇ 'ਤੇ ਜਾ ਕੇ ਖੜ੍ਹੇ, ਜਿਹੜੇ ਭਾਈ ਜੋਗੇ ਨੂੰ ਬਚਾਉਣ ਵਾਸਤੇ ਉੱਥੇ ਜਾ ਕੇ ਖੜ੍ਹੇ ਸੀ। ਤਾਂ ਗੁਰੂ ਦੇ ਸ਼ਬਦ ਨੇ, ਗੁਰੂ ਪਿਆਰਿਓ, ਇਹਨੂੰ ਫਿਰ ਸੱਚ ਨਾਲ ਜੋੜਤਾ। ਵਾਪਸ ਆਇਆ ਭਾਈ ਜੋਗਾ ਧਰਮਸ਼ਾਲਾ ਵਿੱਚੋਂ, ਘੋੜੀ ਖੋਲ੍ਹੀ ਔਰ ਚੜ੍ਹਿਆ ਤੇ ਹੁਣ ਨਿੰਮੋ ਝੂਣਾ ਹੋ ਕੇ ਅਨੰਦਪੁਰ ਸਾਹਿਬ ਪਹੁੰਚਿਆ। ਕਹੋ ਸਤਨਾਮ ਸੀ। ਇਹ ਵੀ ਪਤਾ ਸੀ ਕਿ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਮੇਰਾ, ਉਹ ਜਾਨੀ ਜਾਨ ਹੈ। ਤੇ ਜਿਸ ਵੇਲੇ ਭਾਈ ਜੋਗਾ ਜੀ ਜਾ ਕੇ ਅਨੰਦਪੁਰ ਸਾਹਿਬ ਪਹੁੰਚੇ, ਸਤਿਗੁਰ ਸਾਹਮਣੇ ਦੀਵਾਨ 'ਚ ਜਾ ਕੇ ਬੈਠੇ ਆ ਤੇ ਉਹ ਸਾਹਮਣੇ ਉਹ ਆ ਰਿਹਾ। ਤੇ ਸਤਿਗੁਰੂ ਪਾਤਸ਼ਾਹ ਜਾਣ ਕੇ ਟੂਲੇ ਜਿਹੇ ਲੈਣ ਲੱਗ ਗਏ, ਝੂਟੇ ਜਿਹੇ ਲੈਣ ਲੱਗ ਗਏ, ਜਿਵੇਂ ਰਾਤ ਸੁੱਤੇ ਹੀ ਨਾ ਹੋਣ। ਭਾਈ ਆਲਮ ਸਿੰਘ ਵਰਗੇ, ਭਾਈ ਦਇਆ ਸਿੰਘ ਵਰਗੇ ਸਿੰਘ ਕੋਲੇ ਖੜ੍ਹੇ ਆ। ਪਾਤਸ਼ਾਹ ਕੀ ਗੱਲ, ਰਾਤ ਸੁੱਤੇ ਨਹੀਂ? ਇੰਨੇ ਜੋਗਾ ਨੇੜੇ ਆ ਗਿਆ। ਕਹਿੰਦੇ ਭਾਈ ਸਾਰੀ ਰਾਤ ਆ ਜੋਗਾ ਤੋਰੀ ਫਿਰਿਆ, ਸੌਣ ਹੀ ਨਹੀਂ ਦਿੱਤਾ। ਕੋ ਸਤਨਾਮ ਸੀ। ਬਸ ਫੇਰ ਦੇਰ ਨਹੀਂ ਲੱਗੀ ਤੇ ਜੋਗਾ ਉੱਚੀ ਉੱਚੀ ਰੋਣ ਲੱਗਿਆ। ਸਤਿਗੁਰਾਂ ਦੇ ਚਰਨੀ ਪੈ ਗਏ, ਹਮਾਰੇ ਬਖਸ਼ ਲਓ, ਬਚਾ ਲਓ। ਕਹਿੰਦੇ ਬਚਾ ਤਾਂ ਤੈਨੂੰ ਲਿਆ, ਮੈਂ ਤਾਂ ਤੇਰੀ ਪ੍ਰੀਖਿਆ ਲਈ ਸੀ ਤੇ ਤੂੰ ਮੇਰੀ ਕਿੱਥੇ ਪ੍ਰੀਖਿਆ ਲਈ? ਬੇਸਵਾ ਦੇ ਗੇਟ 'ਤੇ ਪਹਿਰਾ ਦੇਣਾ ਪਿਆ ਤੈਨੂੰ ਬਚਾਉਣ ਪਿੱਛੇ। ਕਹੋ ਸਤਨਾਮ ਸ੍ਰੀ। ਕਾਫੀ ਸਮਾਂ ਰੋਇਆ ਭਾਈ ਜੋਗਾ, ਤੇ ਪਾਤਸ਼ਾਹ ਜੀ ਨੇ ਵੀ ਚੁੱਪ ਨਹੀਂ ਕਰਾਇਆ, ਕਿਉਂਕਿ ਪਸ਼ਚਾਤਾਪ ਕਰਨ ਦੇ ਨਾਲ ਮਨੁੱਖ ਦੀਆਂ ਗਲਤੀਆਂ ਜਿਹੜੀਆਂ ਮਾਫ ਹੁੰਦੀਆਂ। ਕਹੋ ਸਤਨਾਮ। ਪਸ਼ਚਾਤਾਪ ਕਰਦਾ ਹੋਇਆ ਰੋਣ ਲੱਗਿਆ।
ਜਦੋਂ ਪੂਰਾ ਰੋ ਲਿਆ, ਹਿਰਦਾ ਸਾਫ਼ ਹੋ ਗਿਆ, ਤੇ ਫਿਰ ਸਤਿਗੁਰ ਨੇ ਸਿਰ 'ਤੇ ਹੱਥ ਰੱਖ ਕੇ ਖੜਾ ਕੀਤਾ, ਕਹਿੰਦੇ ਉੱਠ, ਕੋਈ ਗੱਲ ਨਹੀਂ, ਬਚ ਗਿਆ ਤੂੰ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ, ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣਿਆ। ਜਦੋਂ ਗੁਰੂ ਕਿਰਪਾ ਕਰਦਾ ਫਿਰ ਬੰਦਾ ਸੱਚ ਨਾਲ ਜੁੜਦਾ, ਤੇ ਜਿਹੜਾ ਜੁੜ ਗਿਆ, ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ। ਜਿਹੜੇ ਸੱਚ ਨਾਲ ਜੁੜ ਗਏ ਉਹਨਾਂ ਦੀ ਪਰਮੇਸ਼ਰ ਨਾਲ ਪੱਕੀ ਲਿਵ ਲਾਗੀ, ਪੱਕਾ ਪਿਆਰ ਪੈ ਗਿਆ। ਹਰ ਨਾਮ ਸੰਭਾਲੈ ਸੇਵੜ ਭਾਗੀ। ਤੇ ਜਿਹੜੇ ਲਿਵ ਲਾ ਕੇ ਪਰਮੇਸ਼ਰ ਦੇ ਨਾਮ ਨੂੰ ਸੰਭਾਲਦੇ ਹਨ, ਭਾਵ ਅੰਮ੍ਰਿਤ ਵੇਲੇ ਉੱਠ ਕੇ ਜੁੜਦੇ ਹਨ, ਵਾਹਿਗੁਰੂ 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 ਦਾ ਜਾਪ ਕਰਦੇ ਆ। ਹੁਣ ਉਹਨਾਂ ਦੀ ਗੱਲ ਕਰਦੇ ਨੇ, ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੈ ਸੇ ਵਡ ਭਾਗੀ। ਉਹ ਵੱਡੇ ਭਾਗਾਂ ਵਾਲੇ ਹਨ, ਵਡ ਭਾਗੀ ਹਨ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਨੂੰ ਸੰਭਾਲਦੇ ਆ, ਨਾਮ ਨਾਲ ਜੁੜਦੇ ਹਨ। ਉਹਨਾਂ 'ਤੇ ਗੁਰੂ ਦੀ ਕਿਰਪਾ ਹੈ। ਸੱਚੈ ਸ਼ਬਦ ਆਪ ਮਿਲਾਏ, ਸਤ ਸੰਗਤ ਸਚ ਗੁਣ ਗਾਵਣਿਆ। ਉਹਨਾਂ ਨੂੰ ਸਤਿਗੁਰੂ ਆਪ ਬਾਹੋਂ ਫੜ ਕੇ ਸ਼ਬਦ ਨਾਲ ਜੋੜਦਾ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜੋੜਿਆ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਉਹਨਾਂ ਦੇ ਵੀ ਜੀਵਨ ਦਾ ਤਜਰਬਾ ਹੈ। ਅਤੇ ਬੇਅੰਤ ਹੋਰ ਵੀ ਬਹੁਤ ਸਾਰੀਆਂ ਸਾਖੀਆਂ, ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਯਾਤਰਾ ਦੌਰਾਨ 4 ਉਦਾਸੀਆਂ ਲਾਉਂਦੇ ਹੋਏ ਗੁਰੂ ਪਿਆਰਿਓ ਬੇਅੰਤ ਜੀਵਾਂ ਨੂੰ ਤਾਰਿਆ, ਔਰ ਉਹਨਾਂ ਨੂੰ ਆਪ ਜਾ ਕੇ ਪਰਮੇਸ਼ਰ ਨਾਲ ਜੋੜਿਆ, ਭੁੱਲੇ ਭਟਕਿਆਂ ਨੂੰ ਸਿੱਧੇ ਰਸਤੇ ਪਾਇਆ। ਇਹ ਗੁਰੂ ਆਪ ਕਿਰਪਾ ਕਰਦਾ ਹੈ। ਮਨੁੱਖ ਨਹੀਂ ਗੁਰੂ ਨੂੰ ਲੱਭ ਸਕਦਾ, ਗੁਰੂ ਮਨੁੱਖ ਨੂੰ ਲੱਭ ਲੈਂਦਾ। ਕਿੰਨੀਆਂ ਵਿਛੜੀਆਂ ਹੋਈਆਂ ਰੂਹਾਂ ਨੂੰ 4 ਉਦਾਸੀਆਂ ਲਾ ਕੇ ਸਤਿਗੁਰਾਂ ਨੇ ਆਪਣੇ ਨਾਲ ਜੋੜਿਆ, ਪਰਮੇਸ਼ਰ ਨਾਲ ਜੋੜਿਆ। ਪ੍ਰੀਤਮ ਜੀ ਕਹਿੰਦੇ, ਹਰ ਨਾਮ ਸੰਭਾਲੈ ਸੇ ਵਡ ਭਾਗੀ। ਉਹ ਵੱਡੇ ਭਾਗਾਂ ਵਾਲੇ ਜਿਹੜੇ ਗੁਰੂ ਦੇ ਦੱਸੇ ਸ਼ਬਦ ਨੂੰ ਅੰਮ੍ਰਿਤ ਵੇਲੇ ਉੱਠ ਕੇ ਸੰਭਾਲਦੇ ਹਨ। ਸੰਭਾਲਣਾ ਕੀ ਹੈ? ਜਪਣਾ, ਸੁਰਤ ਨਾਲ ਜਪਣਾ। ਜਿਵੇਂ ਅਸੀਂ ਉੱਠ ਕਰਕੇ ਅੰਮ੍ਰਿਤ ਵੇਲੇ ਸਰੀਰ ਸੰਭਾਲਦੇ ਹਾਂ, ਕੱਪੜੇ ਸੰਭਾਲਦੇ ਹਾਂ, ਵਸਤੂਆਂ ਸੰਭਾਲਦੇ ਹਾਂ, ਬੀਬੀ ਘਰ ਦੇ ਭਾਂਡੇ ਠੀਕਰ ਸੰਭਾਲਦੀ ਹੈ, ਉਸੇ ਤਰ੍ਹਾਂ ਹੀ ਸਿੱਖ ਜਿਹੜਾ ਆਪਣੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਸੰਭਾਲਦਾ ਹੈ। ਜਿਵੇਂ ਯਾਤਰਾ 'ਤੇ ਜਾਂਦੇ ਬਟੂਆ ਸੰਭਾਲਦੇ ਆ, ਜਿਵੇਂ ਮੱਥਾ ਟੇਕਣ ਲੱਗੇ ਫਿਰ ਹੱਥ ਮਾਰ ਦਿਓ, ਮੋਬਾਇਲ ਤਾਂ ਨਹੀਂ ਡਿੱਗ ਪਿਆ, ਕਿਉਂਕਿ ਬੜੀ ਖਾਸ ਚੀਜ਼ ਹੋ ਗਈ ਅੱਜ ਕੱਲ੍ਹ ਇਹ ਮੋਬਾਇਲ ਨੂੰ ਹਰ ਵੇਲੇ ਬੰਦਾ ਹੱਥ ਮਾਰਦਾ ਤੁਰਿਆ ਜਾਂਦਾ, ਜਦੋਂ ਯਾਦ ਆਉਂਦਾ ਹੱਥ ਮਾਰ ਕੇ ਦੇਖਦਾ ਡਿੱਗ ਤਾਂ ਨਹੀਂ ਪਿਆ। ਇਸੇ ਤਰ੍ਹਾਂ ਹੀ ਸਿੱਖ ਜਿਹੜਾ ਹੈ ਅੰਦਰ ਚੱਲ ਰਹੇ ਨਾਮ ਨੂੰ ਸੰਭਾਲੇ, ਚੱਲ ਰਿਹਾ, ਕਿਤੇ ਬੰਦ ਤਾਂ ਨਹੀਂ ਹੋ ਗਿਆ। ਵਾਹਿਗੁਰੂ ਵਾਹਿਗੁਰੂ। ਅਤੇ ਇੱਕ ਦਿਨ ਐਸੀ ਅਵਸਥਾ ਬਣ ਜਾਣੀ ਹੈ, ਕਬੀਰ ਸਾਹਿਬ ਜੀ ਕਹਿੰਦੇ ਹੁਣ ਤੁਸੀਂ ਜਪੋ ਥੋੜ੍ਹਾ ਸਮਾਂ, ਫਿਰ ਪਰਮੇਸ਼ਰ ਤੁਹਾਨੂੰ ਸੰਭਾਲੂਗਾ। ਕੀ ਕਹਿੰਦੇ ਨਾ, ਪਹਿਲਾਂ ਕਹਿੰਦੇ ਸੀ ਕਬੀਰਾ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਪਹਿਲਾਂ ਕਹਿੰਦੇ ਸੀ ਮੈਂ ਮਾਲਾ ਬਣਾਈ ਆ, ਰਸਨਾ ਦੇ ਨਾਲ ਰਾਮ ਰਾਮ ਜਪਦਾ ਹਾਂ। ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸ਼ਰਾਮ। ਅਤੇ ਜਦੋਂ ਅਭਿਆਸ ਪੱਕ ਗਿਆ, ਪਰਮੇਸ਼ਰ ਨੇ ਕਿਰਪਾ ਕੀਤੀ, ਫਿਰ ਕਹਿੰਦੇ ਮਾਲਾ ਫੇਰੂ ਨਾ ਹਰ ਭਜੂ, ਮੁਖ ਤੇ ਕਹੂੰ ਨਾ ਰਾਮ। ਨਾ ਮੈਂ ਹੱਥ ਨਾਲ ਮਾਲਾ ਫੇਰਾਂ, ਨਾ ਮੈਂ ਹੁਣ ਮੂੰਹ ਦੇ ਨਾਲ ਰਾਮ ਕਹਾਂ। ਹੁਣ ਕੀ ਹੋ ਗਿਆ? ਕਹਿੰਦੇ ਹੁਣ ਤਾਂ ਖੂਨ ਦੇ ਵਿੱਚੋਂ ਰਾਮ ਚੱਲ ਰਿਹਾ। ਗੁਰਮੁਖ ਰੋਮ ਰੋਮ ਹਰ ਧਿਆਵੈ, ਮੁਖ ਤੇ ਕਹੂੰ ਨਾ ਰਾਮ। ਮੇਰਾ ਰਾਮ ਮੁਝ ਕੋ ਭਜੇ ਤਾਂ ਪਾਉ ਵਿਸ਼ਰਾਮ। ਹੁਣ ਤਾਂ ਅੰਦਰ ਬੈਠਾ ਪਰਮੇਸ਼ਰ ਮੈਨੂੰ ਬੁਲਾਉਂਦਾ ਹੈ, ਆਪ ਰਾਮ ਰਾਮ ਚੱਲ ਰਿਹਾ। ਜਦੋਂ ਮੈਂ ਧਿਆਨ ਜੋੜਦਾ, ਸੁਰਤ ਅੰਦਰ ਲੈ ਕੇ ਜਾਣਾ, ਅਤੇ ਰੋਮ ਰੋਮ ਜਿਹੜਾ ਹੈ ਰਾਮ ਰਾਮ ਜਪਦਾ ਸੁਣਾਈ ਦਿੰਦਾ, ਵਾਹਿਗੁਰੂ ਜਪਦਾ ਸੁਣਾਈ ਦਿੰਦਾ। ਐਸੀ ਹਾਲਤ ਬਣ ਜਾਵੇ, ਕਿਉਂਕਿ ਜਿਸ ਵੇਲੇ ਮੌਤ ਆਉਣੀ ਹੈ ਉਸ ਵੇਲੇ ਇਸੇ ਚੀਜ਼ ਨੇ ਕੰਮ ਆਉਣਾ ਹੈ, ਜਦੋਂ ਤੁਹਾਡੀ ਸੁਰਤ ਵਿੱਚ ਸ਼ਬਦ ਚੱਲ ਪਿਆ।
ਸਰੀਰ ਨੂੰ ਛੱਡਦੇ ਹੋਏ ਜੀਵ ਆਤਮਾ ਜਿਹੜੀ ਹੈ ਰਾਮ ਰਾਮ ਸ਼ਬਦ ਦਾ ਨਾਮ ਲੈ ਕੇ ਨਾਲ ਜਾਵੇਗੀ ਪਾਸ ਲੈ ਕੇ। ਫਿਰ ਨਾ ਇਹਨੂੰ ਧਰਮਰਾਜ ਰੋਕੇ ਨਾ ਜਮਦੂਤ ਰੋਕੇ, ਸਿੱਧੀ ਮਾਲਕ ਵਿੱਚ ਮਿਲਦੀ ਆ। ਮੇਰੇ ਪ੍ਰੀਤਮ ਜੀ ਕਹਿੰਦੇ ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ। ਜਿਹੜੇ ਸੱਚ ਵਿੱਚ ਰੰਗੇ ਗਏ ਉਹ ਪਰਮੇਸ਼ਰ ਨਾਲ ਜੁੜ ਗਏ। ਹਰ ਨਾਮ ਸੰਭਾਲੈ ਸੇਵੜ ਪਾਗੀ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਹਰੀ ਦੇ ਨਾਮ ਨੂੰ ਸੰਭਾਲਦੇ ਆ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੈ। ਉੱਠਣ ਸਾਰ ਬਹਿ ਜਾਓ, ਹੱਥ ਮੂੰਹ ਧੋ ਲਓ, ਢਿੱਲੇ ਮੱਠਿਓਂ ਤੇ ਭਾਵੇਂ ਉੱਦਾਂ ਹੀ ਬਹਿ ਜਾਓ ਕੁਰਲੀ ਕਰਕੇ। ਇਸ ਕਰਕੇ ਗੁਰੂ ਪਿਆਰਿਓ, ਪਰ ਗੁਰੂ ਪਾਤਸ਼ਾਹ ਕਹਿੰਦੇ ਹਰੇਕ ਸਿੱਖ ਦਾ ਕੰਮ ਹੈ ਤੜਕੇ ਉੱਠ ਕੇ ਵਾਹਿਗੁਰੂ ਜਪਣਾ, ਪਰਮੇਸ਼ਰ ਦੇ ਨਾਮ ਨੂੰ ਸੰਭਾਲਣਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠੇ ਹਰ ਨਾਮ ਤੇ ਆਵੈ। ਉਦਮ ਕਰੇ ਭਲ ਕੇ ਪ੍ਰਭਾਤੀ। ਇਸ਼ਨਾਨ ਕਰੇ ਅੰਮ੍ਰਿਤਸਰ ਨਹਾਏ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ। ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਇਸ ਕਰਕੇ ਪਾਤਸ਼ਾਹ ਕਹਿੰਦੇ ਉਹ ਵਡਭਾਗੀ ਹਨ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦੇ ਨਾਮ ਨੂੰ ਸੰਭਾਲਦੇ ਆ। ਹਰ ਨਾਮ ਸੰਭਾਲੈ ਸੇਵੜ ਭਾਗੀ। ਸੱਚੈ ਸ਼ਬਦ ਆਪ ਮਿਲਾਏ, ਸਤ ਸੰਗਤ ਸੱਚ ਗੁਣ ਗਾਵਣੇ ਆ। ਜਦੋਂ ਗੁਰੂ ਕਿਰਪਾ ਕਰਦਾ ਜੀਵ ਨੂੰ ਸ਼ਬਦ ਨਾਲ ਜੋੜਦਾ ਹੈ ਤੇ ਫਿਰ ਜੀਵ ਜਾਂ ਮਨੁੱਖ, ਭਾਵ ਕੋਈ ਵੀ ਇਸਤਰੀ ਮਨੁੱਖ, ਦੋਨਾਂ ਦੀ ਗੱਲ ਹੈ। ਸਿੱਖ ਦਾ ਮਤਲਬ ਦੋਨਾਂ ਨਾਲ ਹੈ। ਜਿਵੇਂ ਵਿਦਿਆਰਥੀ ਬੱਚੀ ਵੀ ਹੁੰਦੀ ਹੈ, ਵਿਦਿਆਰਥੀ ਬੱਚਾ ਵੀ ਹੁੰਦਾ, ਕੋ ਸਤਨਾਮ। ਇਸੇ ਤਰ੍ਹਾਂ ਸਿੱਖ ਆਪਾਂ ਦੋਨੇ ਆ। ਪ੍ਰੀਤਮ ਜੀ ਕਹਿੰਦੇ ਸੱਚੇ ਸ਼ਬਦ ਆਪ ਮਿਲਾਏ, ਸਤ ਸੰਗਤ ਸੱਚ ਗੁਣ ਗਾਵੇ। ਸਤ ਸੰਗਤ ਸੱਚ ਗੁਣ ਗਾਵਣੇ ਆ। ਫਿਰ ਸੰਗਤ ਵਿੱਚ ਬੈਠ ਕੇ ਹਰੀ ਦੇ ਗੁਣਾਂ ਨੂੰ ਗਾਉਂਦੇ ਆ। ਹੁਣ ਕਈ ਲੋਕ ਹਿਸਾਬੀ ਕਿਤਾਬੀ ਆ, ਉਹ ਹਿਸਾਬ ਕਿਤਾਬ ਨਾਲ ਰੱਬ ਨੂੰ ਪਾਉਣਾ ਚਾਹੁੰਦੇ ਆ। ਸਤਿਗੁਰ ਕਹਿੰਦੇ ਰੱਬ ਹਿਸਾਬ ਕਿਤਾਬ ਨਾਲ ਨਹੀਂ ਮਿਲਦਾ, ਉਹ ਤਾਂ ਪ੍ਰੇਮ ਨਾਲ ਮਿਲਦਾ। ਜਿਸ ਤਰ੍ਹਾਂ ਇੱਕ ਵਾਰੀ ਗੁਰੂ ਪਿਆਰਿਓ, ਇੱਕ ਫਕੀਰ ਹੈ, ਮੁਸਲਮਾਨ ਫਕੀਰ ਆ। ਕਹਿੰਦੇ ਪਰਮੇਸ਼ਰ ਕੋਲ ਜਾਂਦਾ ਰੋਜ਼ਾਨਾ, ਔਰ ਪਰਮੇਸ਼ਰ ਦੇ ਕੋਲ ਜਾਂਦਾ, ਗੱਲਾਂ ਬਾਤਾਂ ਹੁੰਦੀਆਂ ਤੇ ਰਸਤੇ ਵਿੱਚ ਕੋਈ ਰੂਹ ਨਾਮ ਜਪ ਰਹੀ ਹੈ ਬੈਠੀ, ਤੇ ਉਹ ਉਸ ਨੂੰ ਕਹਿਣ ਲੱਗੀ, ਮੂਸੇ ਨੂੰ, ਮੂਸੇ ਦੀ ਗੱਲ ਆ, ਮੂਸੇ ਦੀ ਰੱਬ ਨਾਲ ਗੱਲਬਾਤ ਨਹੀਂ, ਪੜਦੇ ਦੇ ਉਹਲੇ ਬੈਠ ਕੇ, ਦਰਸ਼ਨ ਉਹਨੂੰ ਵੀ ਨਹੀਂ ਸੀ ਹੋਏ ਹਜੇ ਤੱਕ, ਗੱਲਬਾਤ ਹੁੰਦੀ ਸੀ। ਤੇ ਉਹ ਫਕੀਰ ਕਹਿਣ ਲੱਗਿਆ ਵੀ ਯਾਰ ਤੂੰ ਰੋਜ਼ ਰੱਬ ਕੋਲੇ ਜਾਣਾ, ਅੱਲਾ ਕੋਲੇ ਜਾਣਾ ਹੈ, ਮੇਰੇ ਬਾਰੇ ਵੀ ਪੁੱਛਿਆ, ਮੈਨੂੰ ਕਦੋਂ ਮਿਲਾਊਗਾ? ਕਹਿਣ ਲੱਗਿਆ ਠੀਕ ਆ। ਜਦੋਂ ਮੂਸਾ ਕਿਤੇ ਗਿਆ ਤੇ ਗੱਲਬਾਤ ਹੋਈ, ਕਹਿੰਦੇ ਮਹਾਰਾਜ ਹੇ ਅੱਲਾ ਜਾਂ ਖੁਦਾ, ਰਸਤੇ ਵਿੱਚ ਫਲਾਨਾ ਸਾਧੂ ਬੈਠਾ, ਤੂੰ ਜਾਣਦਾ ਹੀ ਹੋਏਗਾ। ਉਹ ਪੁੱਛਦਾ ਸੀ ਮੈਂ ਕਦੋਂ ਮਿਲੂੰਗਾ? ਤੇ ਅੱਗੋਂ ਆਵਾਜ਼ ਆਈ ਪਰਮੇਸ਼ਰ ਦੀ, ਖੁਦਾ ਦੀ, ਅੱਲਾ ਦੀ। ਕਹਿੰਦੇ ਵੀ ਇੱਦਾਂ ਕਰੀ ਮੂਸਿਆ, ਉਹਨੂੰ ਮਿੱਟੀ ਦੀ ਨਾ ਬੁੱਕੀ ਇੱਕ ਮੁੱਠੀ ਭਰ ਕੇ ਮਿੱਟੀ ਫੜਾ ਦੀ, ਜਾਂ ਬੁੱਕ ਭਰ ਕੇ ਮਿੱਟੀ ਫੜਾ ਦੀ ਉਹਨੂੰ। ਫਿਰ ਉਹ ਪੁੱਛੂਗਾ ਵੀ ਇਹ ਕੀ ਜਵਾਬ ਆ? ਤੂੰ ਕਹਿ ਨਹੀਂ ਵੀ ਇਹਦੇ ਕਿਣਕੇ ਗਿਣ ਲਾ, ਜਿੰਨੇ ਕਿਣਕੇ ਉਹਨੇ ਜਨਮ ਲਏਗਾ, ਫਿਰ ਤੇਰਾ ਮਿਲਾਪ ਹੋਊਗਾ। ਉਹ ਕਹਿਣ ਲੱਗਿਆ ਜੀ ਠੀਕ ਹੈ। ਤੇ ਮੁੜਦਾ ਹੋਇਆ ਜਦ ਕੋਲ ਆਇਆ ਵੀ ਮੇਰਾ ਜਵਾਬ ਲਿਆਂਦਾ, ਕਹਿੰਦੇ ਉਹਨੇ ਭਰ ਕੇ ਉੱਥੋਂ ਮਿੱਟੀ ਦਾ ਬੁੱਕ ਉਹਨੂੰ ਫੜਾਤਾ, ਕਹਿੰਦੇ ਆਹ ਲੈ ਜਵਾਬ ਤੇਰਾ। ਕਹਿੰਦੇ ਵੀ ਇਹ ਕੀ ਹੈ? ਉਹ ਕਹਿੰਦਾ ਵੀ ਇਹਦੇ ਰਵੇ ਗਿਣ ਲਾ, ਮਿੱਟੀ ਦੇ ਕਿੰਨੇ ਕਿਣਕੇ ਹੈ, ਇੰਨੇ ਜਨਮ ਲੈਣੇ ਪੈਣਗੇ, ਫਿਰ ਤੇਰਾ ਮਿਲਾਪ ਹੋਊਗਾ। ਉਹਨੇ ਮਿੱਟੀ ਤਾਂ ਚਲਾ ਕੇ ਮਾਰੀ ਤੇ ਨੱਚਣ ਲੱਗ ਪਿਆ। ਕਹੋ ਸਤਨਾਮ ਸੀ। ਮੂਸਾ ਕਹਿੰਦਾ ਤੂੰ ਨੱਚਣ ਲੱਗ ਪਿਆ, ਤੈਨੂੰ ਫਿਕਰ ਨਹੀਂ ਹੋਇਆ ਵੀ ਇੰਨੇ ਜਨਮ ਕਿਵੇਂ ਬਤੀਤ ਹੋਣਗੇ? ਉਹ ਕਹਿੰਦਾ ਛੱਡ ਯਾਰ, ਗਿਣੇ ਪਏ ਐ, ਆਪਾਂ ਉਹਦੀ ਨਿਗਾਹ 'ਚ ਹੈਗੇ ਆ, ਜਦੋਂ ਮਰਜ਼ੀ ਮਿਲਾ ਲਏ, ਆਪਾਂ ਨੂੰ ਕੋਈ ਫਿਕਰ ਨਹੀਂ। ਹੁਣ ਕਹੋ ਸਤਨਾਮ, ਬਸ ਉਹਦੇ ਧਿਆਨ 'ਚ ਹੈਗੀ ਗੱਲ ਤਾਂ ਠੀਕ ਆ। ਗਿਣਤੀਆਂ ਮਿੰਟੀਆਂ ਨਾਲ ਨਹੀਂ ਮਿਲਦਾ। ਪ੍ਰੀਤਮ ਜੀ ਕਹਿੰਦੇ ਲੇਖਾ ਪੜ੍ਹੀ ਹੈ, ਜੇ ਲੇਖੇ ਵਿੱਚ ਹੋਵੇ ਉਹ ਗਿਣਤੀਆਂ ਵਿੱਚ ਹੈ ਹੀ ਨਹੀਂ, ਉਹ ਹਿਸਾਬ ਕਿਤਾਬ ਤੋਂ ਬਾਹਰ ਹੈ। 10ਵੇਂ ਪਾਤਸ਼ਾਹ ਜੀ ਵੀ ਕਹਿੰਦੇ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮੈਂ ਸੱਚ ਕਹਿਣਾ, ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੂੰ ਮਾਲਕ ਮਿਲ ਗਿਆ। ਤੇ ਦੂਜੇ ਜੀ ਦਿਨ ਉਸ ਸਾਧੂ ਨੂੰ, ਉਸ ਫਕੀਰ ਨੂੰ ਪਰਮੇਸ਼ਰ ਨੇ ਆਪਦੇ ਵਿੱਚ ਮਿਲਾ ਲਿਆ। ਉਹ ਗਿਣਤੀਆਂ ਮਿੰਟੀਆਂ ਕਿਧਰੇ ਗਈਆਂ। ਬੁੱਲੇ ਸ਼ਾਹ ਮਾਲਾ ਫੇਰ ਕੇ ਨਾਮ ਜਪਦਾ ਹੈ,
एक दिन चलदा चलदा किते बाजार 'च खड़ गया, दुੱਧ वेचण वाला दुੱਧ वेच रहा है। कोई अद्धा किलो के पैसे दिंदा है, उन्होंने अद्धा किलो दुੱਧ दे दिंदा, कोई किलो दिंदा वो किलो दे दिंदा। इउं पैसे लई जांदा, मिण के दुੱਧ दे जांदा भांडे नाल। कहंदे उहदे कोले एक होर मनुख आया, उन्हें लिया के बाल्टी धरी, कहना भी दुੱਧ पा दे। ना उन्हें पैसे फड़ाए और उसने मिण के नहीं पाया, चक के बाल्टी उल्टाती उस बाल्टी च। बुल्ला हैरान हो गया, कहना भी तू सारियां तो पैसे लैके दुੱਧ दिना, मिण के दिना, भोरा वध घट नहीं दिंदा, ते इह किवें सीगा? ना तो तू पैसे लए आ ते ना इहनूं मिण के दुੱਧ दिता है। कहंदी उस दुੱਧ वाले का जवाब सुन के बुल्ला हैरान हो गया। दुੱਧ वाला कहंदा यार ये मेरा मित्र है, इहदे नाल काहदा हिसाब किताब है? कहो सतनाम सी। ते बुल्ले शाह ने कहंदे अपनी माला सी, तस्वीर सी जिहड़ी मणकियां वाली, वो तोड़ के चला के मारी। कहंदे जा ओए बुल्लिया, एक संसारी बंदा प्रेम दे विच सब कुछ वार दिंदा है, ते तू अल्लाह दे नाल प्रेम करदा ते नाम गिण के जपदा ओहदा। छड्ड अज तो बाद नाम भी बिना गिनती तू जपना। कहो सतनाम सी। लेखा पढ़ी है जे लेखे विच होवे, लेखे विच भाव गिनतियां मिनतियां नाल रब नहीं मिलना गा, वो तो प्रेम नाल मिलना। वो अगम अगोचर शब्द सुध होवे, वो तो शब्द अते सुरत दे मिलाप नाल मिलना। जिस तरह एक माता दूर बैठी है, बच्चा उहदा विदेशों विच गया, तो उच्ची जा गिन के थोड़ा ही जपदी है मेरा बच्चा मेरा बच्चा, उहदी सुरत विच टक टक चलती रहती है पुत्र दे ख्याल दी। किसी इस्त्री का पति फौज विच है या विदेश विच है, वो किसी को सुनाउंदी थोड़ा ही आ, उहदे दिमाग विच ख्याल चली जाता है अपने पति का। इस तरह साडी सुरत विच हर वेले ख्याल चलना चाहिए उहदा। माला फेरू ना हर भजो, मुख ते कहूँ ना राम, मेरा राम मुझको भजे तां पाऊँ विश्राम। कहते हुण ऐसी अवस्था बन गई है। मेरे प्रीतम जी अगे बख्शिश करते हैं, वो परिपूर्ण परमेश्वर परमात्मा हिसाब किताब नाल नहीं मिलदा गा, वो तो प्रेम दे नाल मिलदा। जदों जिद्दे तेरे अंदर प्रेम पैदा हो गया उदों ही मिल जाना उसने। लेखा पढ़ी है जे लेखे विच होवे, वो अगम अगोचर शब्द सुध होवे। अनदिन सच शब्द सलाही, होर कोई ना कीमत पावनिया, उहदी कीमत कोई नहीं पा सकदा। बस सच दे नाल जुड़ के सच दे खड़ीए, सच दा पहरा देईए, सच दा साथ देईए। जिहड़े सच दे खड़े आ उन्हां नूं सच मिल जांदा। प्रीतम जी कहंदे अनदिन सच शब्द सलाही, सच नाल जुड़ के सच की सिफत सलाह करांगे, सच का साथ देवांगे, सच ते पहरा देवांगे, तो फिर की होवेगा? होर कोई ना कीमत पावनिया, वा सच ते चल के उन्होंने पाया जा सकता है। वो सच्चा है, सच बोल के जीवन में सच रख के ईमानदारी रख के ही उसनों पाया जा सकता है। प्रेम रख के पढ़ पढ़ थाके शांत न आई। एक साध ने परमेश्वर नूं पाउण वास्ते ना जंगल दे विच जाके पुट्ठा लमक गया। खूह के उत्ते मौन हुंदी है, मौन के उत्ते डंडा पाया हुंदा है, डंडे विच संगल बन के ना पुट्ठा लमकी जांदा है। उत्थे कहंदे एक बकरियां चारन वाला आया। बकरियां चारन वाला रोज़ उहनूं वेखदा पुट्ठा लमकदे नूं, ते एक दिन पुछया भी बाबा तू ऐ क्यों लमकी जाना? कहना ओ जा जा तू। कहंदा नहीं फिर भी दसता दे। कहना मैं लमकना रब नूं पाउण वास्ते। अच्छा ऐ मिल जांदा रब? कहने हाँ। कहंदे बकरियां वाले ने उत्थों खब्बल पट्टिया ते वेड़ वट लई, ते उहदे बराबर ही पा के वेड़ उसे डंडे ते वो भी पुट्ठा लमक गया। हुण तुहानूं पता भी संगल तां टुटदा नहीं गा, हज़ारां साल पिया रहूगा लोहे दा होवे जे। इहदी बेड़ जिहड़ी सी ओह सुੱਕਣੀ शुरू होई। वो साध की गल मन के इहने भी बेड़ बन ली उत्ते, ते उहदे विच पा के बाहां ते लमक गया। हुण वेड़ सुੱਕਣੀ होई, एक दिन टप्पिया, 2 दिन टप्पिया, तीजे दिन तक वो घाह खब्बल सुੱਕ गया, तिड़ तिड़ करके टुटन लग्या, ते परमेश्वर तुरंत तीजे दिन पहुँच गया। को सतनाम श्री, और उस नूं बाहर कढ़ लिया फड़ के। हाँ बई
ਕਿਵੇਂ ਲਮਕਦਾ? ਕਹਿੰਦਾ ਜੀ ਰੱਬ ਨੂੰ ਪਾਉਣਾ ਸੀ। ਕਹਿੰਦਾ ਮੈਂ ਹੀ ਆ ਰੱਬ। ਸਾਧ ਕਹਿੰਦਾ ਯਾਰ ਮੈਨੂੰ ਤਾਂ ਸਾਲ ਭਰ ਹੋ ਗਿਆ ਲਮਕਦੇ ਨੂੰ, ਇਹ ਤਾਂ ਪਰਸੋਂ ਲਮਕਿਆ ਸੀ। ਕੋ ਸਤਨਾਮ ਸੀ, ਇਹ ਤਾਂ ਹਜੇ ਪਰਸੋਂ ਲਮਕਿਆ ਹੈ ਤੇ ਮੈਨੂੰ ਤਾਂ ਸਾਲ ਭਰ ਹੋ ਗਿਆ ਲਮਕਦੇ ਨੂੰ। ਮਹਾਰਾਜ ਕਹਿਣ ਲੱਗਿਆ ਤੂੰ ਤਾਂ ਪੱਕਾ ਇੰਤਜ਼ਾਮ ਕੀਤਾ ਹੈ, ਮਰਨ ਤੋਂ ਡਰਦੇ ਨੇ ਸੰਗਲ ਪਾਇਆ ਹੋਇਆ ਹੈ, ਤੇਰਾ ਸੰਗਲ ਐਡੀ ਛੇਤੀ ਟੁੱਟਣ ਵਾਲਾ ਨਹੀਂ। ਇਹ ਤਾਂ ਭੋਲਾ ਭਾਲਾ ਸੀ, ਤੇਰੇ ਪਿੱਛੇ ਲੱਗ ਕੇ ਘਾਹ ਦੀ ਵੇੜ ਪਾ ਕੇ ਬਹਿ ਗਿਆ, ਪਰ ਇਹਦਾ ਹਜੇ ਟਾਈਮ ਨਹੀਂ ਸੀ ਮਰਨ ਦਾ, ਇਸ ਕਰਕੇ ਮੈਨੂੰ ਪਹੁੰਚਣਾ ਪਿਆ ਇਹਨੂੰ ਬਚਾਉਣ ਵਾਸਤੇ। ਤੇ ਤੇਰਾ ਤਾਂ ਇੰਤਜ਼ਾਮ ਪੱਕਾ ਕੀਤਾ ਹੋਇਆ, ਤੂੰ ਲਮਕੀ ਜਾ। ਇਸ ਕਰਕੇ ਹਿਸਾਬ ਕਿਤਾਬ ਦੇ ਨਾਲ ਰੱਬ ਨਹੀਂ ਮਿਲਦਾ, ਉਹ ਤਾਂ ਪ੍ਰੇਮ ਦੇ ਨਾਲ ਮਿਲਦਾ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪੜ੍ਹ ਪੜ੍ਹ ਥਾਕੇ ਸ਼ਾਂਤ ਨਾ ਆਈ। ਬਹੁਤ ਸਾਰੇ ਲੋਕ ਵੇਦਾਂ ਗ੍ਰੰਥਾਂ ਦੇ ਪਾਠ ਕਰ ਕਰਕੇ ਥੱਕ ਗਏ, ਪਰ ਉਹਨਾਂ ਦੇ ਹਿਰਦੇ ਵਿੱਚ ਪੰਜਾਂ ਵਿਕਾਰਾਂ ਤੋਂ ਖਹਿੜਾ ਨਹੀਂ ਛੁੱਟਿਆ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਪੰਜ ਜਣਾ ਸਿਓ ਸੰਗ ਨਾ ਛੁਟਕਿਓ, ਅਦ ਕੇ ਅਹੰਬਦ ਬਾਧੇ ਪਿਆਰੇ। ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਗਿਆਨ ਦੀ ਲੋੜ ਹੈ। ਜਿੰਨਾ ਚਿਰ ਗੁਰੂ ਦੇ ਕੋਲੋਂ ਪੁੱਛਦੇ ਨਹੀਂ ਉਹਨਾਂ ਚਿਰ ਸਮਝ ਨਹੀਂ ਆਉਂਦੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੁਨੀਆ ਪੜ੍ਹ ਪੜ੍ਹ ਕੇ ਥੱਕ ਗਈ, ਪਰ ਸ਼ਾਂਤੀ ਨਹੀਂ ਆਈ। ਤ੍ਰਿਸ਼ਨਾ ਜਾਲੇ ਸੁਧ ਨ ਕਾਈ। ਉਹ ਤ੍ਰਿਸ਼ਨਾ ਦੇ ਮਚਾਏ ਹੋਏ ਆਸ਼ਾ ਤ੍ਰਿਸ਼ਨਾ ਵਿੱਚ ਭਟਕ ਰਹੇ ਹਨ। ਉਹਨਾਂ ਨੂੰ ਪਤਾ ਹੀ ਨਹੀਂ ਰੱਬ ਮਿਲਦਾ ਕਿਵੇਂ ਆ, ਪਰਮੇਸ਼ਰ ਕਿਵੇਂ ਮਿਲਦਾ। ਤੀਜੇ ਪਾਤਸ਼ਾਹ ਜੀ ਸਮਝਾ ਰਹੇ ਹਨ, ਕਹਿੰਦੇ ਆਸ਼ਾ ਤ੍ਰਿਸ਼ਨਾ ਦੇ ਵਿੱਚ ਬਿਖ ਬਿਹਾਜੈ, ਬਿਖ ਮੋਹ ਪਿਆਸੈ। ਜ਼ਹਿਰ ਹੀ ਇਕੱਠਾ ਕਰਦੇ ਫਿਰਦੇ ਹੈ। ਇੱਕ ਸੇਠ ਰੋਜ਼ ਮੰਦਰ ਦੇ ਵਿੱਚ ਕਥਾ ਸੁਣਨ ਜਾਂਦਾ ਹੈ, ਫਿਰ ਆ ਕੇ ਦੁਕਾਨ 'ਤੇ ਬਹਿ ਜਾਂਦਾ। ਇੱਕ ਦਿਨ ਕਿਧਰੇ ਜਾਣਾ ਸੀ ਤੇ ਬੱਚੇ ਨੂੰ ਕਹਿੰਦਾ ਪੁੱਤਰ ਮੈਂ ਤਾਂ ਚੱਲਿਆ ਗਰਾਂ ਤੇ ਨਾਗਾ ਨਾ ਪੈ ਜੇ, ਤੂੰ ਕਥਾ ਸੁਣਿਆ ਹੀ ਮੰਦਰ ਜਾ ਕੇ ਹਾਜ਼ਰੀ ਲਵਾ ਆਈ ਤੂੰ ਵੀ। ਕਹਿਣ ਲੱਗਿਆ ਠੀਕ ਆ। ਉਹ ਬੱਚਾ ਗਿਆ, ਕਥਾ ਵਾਰਤਾ ਸੁਣ ਕੇ ਆ ਗਿਆ, ਦੁਕਾਨ 'ਤੇ ਜਾ ਕੇ ਬਹਿ ਗਿਆ। ਕਿਤੇ ਸੇਠ ਆਇਆ ਘਰੋਂ ਤੇ ਆਉਂਦਿਆਂ ਕੀ ਵੇਖਦਾ, ਇੱਕ ਗਾਂ ਗੁੜ ਦੇ ਗੱਟੇ ਦੇ ਕੋਲ ਲੱਗੀ ਹੋਈ ਗੁੜ ਖਾ ਰਹੀ ਹੈ, ਖਲ ਖਾ ਰਹੀ ਹੈ। ਬੜੇਵਿਆਂ ਦੀਆਂ ਬੋਰੀਆਂ ਬਾਹਰ 'ਚ ਪਈਆਂ ਹੁੰਦੀਆਂ, ਕੋਈ ਚੀਜ਼ ਉਹ ਗਾਂ ਖਾ ਰਹੀ ਹੈ ਤੇ ਬੱਚਾ ਬੈਠਾ ਹੱਸੀ ਜਾਂਦਾ ਤੇ ਦੇਖੀ ਜਾਂਦਾ, ਖੁਸ਼ ਹੋਈ ਜਾਂਦਾ। ਤੇ ਉਹ ਸੇਠ ਕਹਿੰਦੇ ਪਹੁੰਚਿਆ ਤੇ ਵੇਖ ਕੇ ਦੂਰੋਂ ਹੀ ਗਾਲਾਂ ਕੱਢਣ ਲੱਗ ਪਿਆ। ਓਏ ਦੁਖੀ ਆ, ਓਏ ਤੈਨੂੰ ਪਤਾ ਨਹੀਂ, ਓਏ ਗਾਂ ਸਾਰਾ ਕੁਝ ਖਾਈ ਜਾਂਦੀ ਹੈ, ਤੂੰ ਹਟਾਉਂਦਾ ਨਹੀਂ ਗਾ। ਉਹ ਕਹਿੰਦਾ ਯਾਰ ਇਹ ਕੀ ਗੱਲ, ਮੈਂ ਤਾਂ ਇੱਕ ਦਿਨ ਹੀ ਕਥਾ ਸੁਣ ਕੇ ਆਇਆ ਤੇ ਬਾਪੂ ਰੋਜ਼ ਹੀ ਜਾਂਦਾ। ਉਹ ਦੂਰੋਂ ਗਾਲਾਂ ਕੱਢਣ ਲੱਗ ਪਿਆ। ਕਹਿੰਦਾ ਬਾਪੂ ਤੂੰ ਮੰਦਰ ਰੋਜ਼ ਜਾਣਾ, ਫਿਰ ਉੱਥੇ ਕੀ ਸੁਣ ਕੇ ਆਉਣਾ। ਕਹਿਣ ਲੱਗਿਆ ਉਹ ਤੂੰ ਮੰਦਰ ਦੀ ਗੱਲ ਛੱਡ, ਤੂੰ ਗਾਂ ਕਿਉਂ ਨਹੀਂ ਹਟਾਉਂਦਾ। ਕਹਿੰਦਾ ਮੈਂ ਕੱਲ੍ਹ ਗਿਆ ਸੀਗਾ, ਉਹ ਬਾਬਾ ਕਹਿੰਦਾ ਸੀ ਮੰਦਰ ਵਾਲਾ ਬਈ ਗਊ ਗਰੀਬ ਦੀ ਸੇਵਾ ਕਰਨੀ ਚਾਹੀਦੀ ਹੈ। ਜੇ ਕੀ ਹੋ ਗਿਆ 2 ਕਿਲੋ ਖਾ ਗਈ ਤਾਂ ਕਹੋ ਸਤਨਾਮ। ਕਹਿੰਦੀ ਉੱਥੋਂ ਵਾਲੀ ਉੱਥੇ ਛੱਡ ਆਈਦੀ ਆ, ਦੁਕਾਨ 'ਤੇ ਨਹੀਂ ਚੱਲਦੀ ਇਹ, ਕਹੋ ਸਤਨਾਮ। ਉਹ ਮੰਦਰ 'ਚ ਹੀ ਚੱਲਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਭਲਿਆ ਇਹਨਾਂ ਗਿਣਤੀਆਂ ਮਿੰਟੀਆਂ ਨਾਲ ਰੱਬ ਨਹੀਂ ਮਿਲਦਾ, ਉਹ ਤਾਂ ਪ੍ਰੇਮ ਨਾਲ ਮਿਲਦਾ ਹੈ। ਪੜ੍ਹ ਪੜ੍ਹ ਥਾਕੇ ਸ਼ਾਂਤ ਨਾ ਆਈ, ਤ੍ਰਿਸ਼ਨਾ ਜਾਲੇ ਸੁਧ ਨਾ ਕਾਈ। ਆਸ਼ਾ ਤ੍ਰਿਸ਼ਨਾ ਦੇ ਵਿੱਚ ਪਈ ਹੋਏ ਬਿਖ ਬਿਹਾਜੇ ਠੱਗੀਆਂ ਮਾਰਦੇ ਹੈ, ਧੋਖੇ ਕਰਦੇ ਹਨ ਲੋਕਾਂ ਦੇ ਨਾਲ, ਨਾਲੇ ਰੱਬ ਨੂੰ ਪਾਉਣਾ ਚਾਹੁੰਦੇ ਆ। ਸੰਸਾਰ ਦੀਆਂ ਸਰਕਾਰਾਂ, ਕਿਸਾਨ ਵੀਰ ਅੱਜ ਆਏ ਆ, ਕੱਲ੍ਹ ਦੇ ਇੱਥੇ ਨਾਕੇ ਲੱਗੇ ਹੋਏ ਸੀਗੇ। ਤਾਂ ਗੁਰੂ ਪਿਆਰਿਓ ਸਰਕਾਰਾਂ ਜਿਹੜੀਆਂ ਇੱਕ ਪਾਸੇ ਮੰਦਰਾਂ ਵਿੱਚ ਰਾਮਾਂ ਦੀਆਂ ਪੂਜਾ ਕਰਦੀਆਂ, ਦੂਜੇ ਪਾਸੇ ਸੰਸਾਰ ਨੂੰ ਦੁੱਖ ਦੇ ਰਹੀਆਂ। ਪਿਛਲੇ 10-11 ਮਹੀਨਿਆਂ ਤੋਂ ਕਿਸਾਨ ਕਹਿ ਰਹੇ ਆ ਵੀ ਜੋ ਤੂੰ ਕਰ ਰਹੀ ਹੈ ਉਹ ਗਲਤ ਹੈ, ਪਰ ਮੰਨਣ ਨੂੰ ਤਿਆਰ ਨਹੀਂ। ਫਿਰ ਇਹੋ ਜਿਹਿਆਂ ਨੂੰ ਰਾਮ ਦੀ ਪੂਜਾ ਕਰਕੇ ਜਾਂ ਰੱਬ ਦੀ ਪੂਜਾ ਕਰਕੇ ਰੱਬ ਕਿੱਥੋਂ ਮਿਲ ਜਾਊਗਾ ਇਤਨੀ ਦੁਨੀਆ ਨੂੰ ਦੁੱਖ ਦੇ ਕੇ। ਗੁਰੂ ਪਿਆਰੋ ਰਾਜੇ ਹੋਏ ਰਾਜਾ ਰਣਜੀਤ ਸਿੰਘ ਵਰਗੇ, ਜਿਨ੍ਹਾਂ ਨੇ ਜਨਤਾ ਨੂੰ ਭੇਸ ਬਦਲ ਕੇ ਵੀ ਦੇਖਿਆ, ਕੋਈ ਦੁਖੀ ਨਹੀਂ ਮੇਰੇ ਰਾਜ ਦੇ ਵਿੱਚ। ਜਿਸ ਵੇਲੇ ਕਾਲ ਪਿਆ ਤੇ ਉਹਨੇ ਆਪਣੇ ਕਣਕ ਦੇ ਭੰਡਾਰ ਖੋਲ੍ਹ ਦਿੱਤੇ ਵੀ ਆਪਣੇ ਜਿੰਨੀ ਕਣਕ ਚੱਕੀ ਦੀ ਆ ਲੈ ਜਾਓ। ਇੱਕ ਦਾਦਾ ਤੇ ਇੱਕ ਪੋਤਾ 2 ਜਣੇ ਆਏ ਕਣਕ ਲੈਣ ਵਾਸਤੇ। ਹੁਣ ਉਹਨੇ ਕਹਿਤਾ ਜਿੰਨੀ ਚੱਕੀ ਦੀ ਆ ਲੈ ਜਾਓ, ਲਾਲਚ ਵਸ ਉਹਨਾਂ ਨੇ ਗਠੜੀ ਬੰਨ੍ਹ ਲਈ। ਪੋਤਰਾ ਛੋਟਾ ਸੀ, ਦਾਦਾ ਬੁੱਢਾ ਸੀ, ਦੋਨਾਂ ਤੋਂ ਕਣਕ ਘਰੇ ਨਹੀਂ ਸੀ ਜਾਂਦੀ, ਲੈ ਕੇ ਰੱਖੀ ਬੈਠੇ ਸਨ। ਇਤਨੇ ਭੇਸ ਬਦਲ ਕੇ ਮਹਾਰਾਜਾ ਰਣਜੀਤ ਸਿੰਘ ਆ ਗਿਆ।
ਮੜਾਸਾ ਮਾਰਿਆ ਹੋਇਆ ਮੂੰਹ ਤੇ ਲੁਕੋਇਆ ਹੋਇਆ ਮੂੰਹ, ਕਿਉਂਕਿ ਵੇਖਦਾ ਫਿਰਦਾ ਸੀ ਕੋਈ ਕਣਕ ਦੇਣ ਵਾਲਾ ਅਧਿਕਾਰੀ ਜਿਹੜਾ ਜਨਤਾ ਨਾਲ ਧੋਖਾ ਤਾਂ ਨਹੀਂ ਕਰ ਰਿਹਾ। ਇਉਂ ਵੇਖਦਾ ਵੇਖਦਾ ਇੱਕ ਥਾਂ ਤੇ ਪਹੁੰਚੇ। ਉਹ ਬਜ਼ੁਰਗ ਤੇ ਬੱਚਾ ਦੋਨੇ ਉਹ ਗਠੜੀ ਦੇ ਕੋਲ ਬੈਠੇ ਐ ਤੇ ਉਹ ਪੁੱਛਣ ਲੱਗੇ ਆ, ਬਾਪੂ ਕੀ ਗੱਲ ਹੈ, ਤੂੰ ਜਾਂਦਾ ਨਹੀਂ ਘਰੇ? ਬਜ਼ੁਰਗ ਨੂੰ ਉਹ ਤਾਂ ਸਿਆਣ ਨਾ ਆਈ, ਕਹਿਣ ਲੱਗੇ ਆ ਕੀ ਕਰਾਂ ਸ਼ੇਰਾ, ਇਹ ਬੱਚਾ ਛੋਟਾ, ਇਹ ਤੋਂ ਗਠੜੀ ਚੱਕੀ ਨਹੀਂ ਜਾਂਦੀ, ਮੈਂ ਬੁੱਢਾ, ਮੈਥੋਂ ਵੀ ਚੱਕੀ ਨਹੀਂ ਜਾਂਦੀ। ਲਾਲਚ ਵਿੱਚ ਕਣਕ ਜ਼ਿਆਦਾ ਬੰਨ ਲਈ, ਰਾਜੇ ਦਾ ਹੁਕਮ ਸੀ ਜਿੰਨੀ ਚੱਕੀ ਜਾਂਦੀ ਹੈ ਲੈ ਜਾਓ। ਤੇ ਬਾਬਾ ਕਿੱਥੇ ਘਰ ਹੈ ਤੇਰਾ, ਚੱਲ ਮੈਂ ਛੱਡ ਆਉਣਾ। ਅੱਛਾ ਪੁੱਤ ਫਿਰ ਤਾਂ ਬੜੀ ਕਿਰਪਾ ਹੋਵੇ। ਕਹਿੰਦੇ ਉਸ ਰਾਜੇ ਨੇ ਉਹ ਗਠੜੀ ਆਪਣੇ ਸਿਰ ਤੇ ਚੱਕੀ ਔਰ ਰਾਜੇ ਦੇ ਮੂਹਰੇ ਮੂਹਰੇ ਬਜ਼ੁਰਗ ਚੱਲਿਆ, ਨਾਲ ਬੱਚਾ ਚੱਲਿਆ। ਉਹਨਾਂ ਨੇ ਘਰੇ ਲਿਜਾ ਕੇ ਵਿਹੜੇ ਵਿੱਚੋਂ ਗਠੜੀ ਰੱਖ ਦਿੱਤੀ ਤੇ ਉਸ ਤੋਂ ਬਾਅਦ ਤੁਹਾਨੂੰ ਮੁੜਕਾ ਮੜਕਾ ਆ ਜਾਂਦਾ ਤੇ ਮੜਾਸਾ ਖੋਲ੍ਹ ਕੇ ਮੂੰਹ ਤੋਂ ਮੁੜਕਾ ਪੂੰਝਿਆ ਤੇ ਜਦ ਮੜਾਸਾ ਖੋਲ੍ਹਿਆ ਤੇ ਬਜ਼ੁਰਗ ਨੇ ਸਿਆਣ ਲਿਆ ਵੀ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਹੈ। ਪੈਰੀ ਪੈ ਗਿਆ, ਰੋਣ ਲੱਗ ਪਿਆ, ਰਾਜਾ ਸਾਹਿਬ ਤੁਸੀਂ? ਕਹਿਣ ਲੱਗੇ ਫਿਰ ਕੀ ਹੋ ਗਿਆ? ਇਹ ਮਹਾਰਾਜ ਤੁਸੀਂ ਮੇਰੇ ਘਰੇ ਕਣਕ ਸਿੱਟਣ ਵਾਸਤੇ ਆਏ? ਰਾਜਾ ਕਹਿੰਦਾ ਮੈਂ ਸੇਵਾਦਾਰ ਹਾਂ, ਦੁਨੀਆ ਗੱਲਾਂ ਤਾਂ ਕਰਦੀ ਹੈ, ਰਾਜ ਨਹੀਂ ਸੇਵਾ, ਪਰ ਉਹ ਗੱਲ ਨਹੀਂ ਬਣਦੀ ਕਿਸੇ ਤੋਂ। ਕੋਈ ਸਤਨਾਮ ਸੀ ਜਿਹੜੀਆਂ ਰਾਜਾ ਰਣਜੀਤ ਸਿੰਘ ਜੀ ਕਰ ਗਏ ਨਾ, ਉਹ ਗੱਲ ਨਹੀਂ ਬਣਦੀ। ਇੱਕ ਦਿਨ ਤੁਰਿਆ ਜਾ ਰਿਹਾ, ਰਸਤੇ ਵਿੱਚ ਇੱਕ ਮੁਸਲਮਾਨ ਫਕੀਰ ਬੈਠਾ ਹੈ, ਰੋਈ ਜਾਂਦਾ ਹੈ, ਗੋਡਿਆਂ ਸਿਰ ਦੇ ਕੇ। ਰਾਜਾ ਖੜ ਗਿਆ, ਕਹਿਣ ਲੱਗਿਆ ਵੀ ਰੋਈ ਕਿਉਂ ਜਾਂਦਾ ਫਕੀਰਾ? ਉਹ ਕਹਿੰਦਾ ਜਾ ਜਾ, ਤੇਰੇ ਨਾਲ ਕੋਈ ਤਲਕ ਨਹੀਂ। ਤਾਂ ਵੇਖਿਆ ਨਹੀਂ ਵੀ ਕੌਣ ਗੱਲ ਕਰ ਰਿਹਾ, ਉਵੇਂ ਜਿਵੇਂ ਨੀਵੀਂ ਪਾਈ ਰੋਈ ਜਾਂਦਾ। ਪੁੱਛਣ ਵਾਲਾ ਕਹਿੰਦਾ ਵੀ ਰੋਈ ਕਿਉਂ ਜਾਂਦਾ? ਕਹਿੰਦਾ ਜਾ ਜਾ ਤੂੰ ਜਾ, ਤੇਰੇ ਨਾਲ ਕੋਈ ਗੱਲ ਨਹੀਂ। ਨਹੀਂ ਮੈਨੂੰ ਫਿਰ ਵੀ ਦੱਸਤਾ ਦੇ ਰੋਂਦਾ ਕਿਉਂ ਹੈ? ਕਹਿੰਦਾ ਮੈਂ ਇਸ ਕਰਕੇ ਰੋਣਾ ਹੈ ਕਿ ਸਾਡਾ ਰਾਜਾ ਜਿਹੜਾ ਰਣਜੀਤ ਸਿੰਘ ਹੈ, ਖੁਦ ਰਣਜੀਤ ਸਿੰਘ ਹੀ ਪੁੱਛ ਰਿਹਾ ਸੀਗਾ, ਉਹ ਕਹਿੰਦਾ ਵੀ ਤੈਨੂੰ ਰਣਜੀਤ ਸਿੰਘ ਤੋਂ ਕੋਈ ਤਕਲੀਫ ਆ? ਕਹਿੰਦੇ ਤਕਲੀਫ ਤਾਂ ਮੈਨੂੰ ਕੋਈ ਨਹੀਂ। ਕਹਿੰਦਾ ਮੈਂ ਕੁਰਾਨ ਦੇ ਅਰਥ ਕੀਤੇ, ਕਈ ਸਾਲ ਲਾ ਕੇ ਮੈਂ ਕੁਰਾਨ ਦੇ ਸਾਡੀ ਦੇ ਅਰਥ ਕੀਤੇ ਨੇ, ਪੋਥੀਆਂ ਲਿਖੀਆਂ। ਜੇ ਕੋਈ ਸਾਡਾ ਰਾਜਾ ਹੁੰਦਾ ਤੇ ਮੇਰੇ ਇਸ ਕੁਰਾਨ ਨੂੰ ਛਪਾ ਦਿੰਦਾ ਔਰ ਦੁਨੀਆ ਉਸ ਤੋਂ ਲਾਹਾ ਲੈ ਲੈਂਦੀ, ਪਰ ਮੈਂ ਦੁਖੀ ਇਸੇ ਕਰਕੇ ਹਾਂ ਕਿ ਰਾਜਾ ਜਿਹੜਾ ਇੱਕ ਸਿੱਖ ਹੈ, ਪਤਾ ਨਹੀਂ ਆਖੇ ਲੱਗੇ ਕਿ ਨਾ ਲੱਗੇ। ਰਾਜਾ ਸਾਹਿਬ ਕਹਿੰਦੇ ਫਕੀਰਾ ਮੂੰਹ ਤਾਹਾਂ ਚੱਕ ਲਿਆ, ਫੜਾ ਤੇਰੀ ਕੁਰਾਨ ਕਿੱਥੇ ਹੈ, ਮੈਂ ਛਪਾ ਰਿਹਾ। ਤੇ ਰਣਜੀਤ ਸਿੰਘ ਜੀ ਨੇ ਉਸ ਫਕੀਰ ਨੂੰ ਜਦ ਵੇਖਿਆ, ਫਕੀਰ ਨੇ ਮੂੰਹ ਤਾਂ ਚੱਕਿਆ ਤੇ ਮੇਰੇ ਨਾਲ ਰਾਜਾ ਗੱਲ ਕਰੀ ਜਾਂਦਾ ਸਾਹਮਣੇ ਖੜਾ। ਤੇ ਉਸੇ ਵੇਲੇ ਉਹਦੀ ਜਿਹੜੀ ਖਰੜਾ ਤਿਆਰ ਕੀਤਾ ਸੀ ਕੁਰਾਨ ਦੇ ਅਰਥ ਕਰਕੇ, ਉਹ ਲੈ ਕਰਕੇ ਉਹਨੇ ਛਪਾ ਕੇ ਮੁਸਲਮਾਨਾਂ ਦੇ ਸਾਰੇ ਘਰਾਂ ਵਿੱਚ ਪਹੁੰਚਾ ਦਿੱਤਾ। ਕੋਈ ਸਤਨਾਮ ਸੀ ਜੋ ਵੀ ਉਹਨੂੰ ਪੜ੍ਹਦੇ ਸੀ। ਐਸੇ ਰਾਜੇ ਹੋਣ ਤਾਂ ਜਨਤਾ ਕਿਉਂ ਦੁਖੀ ਹੋਵੇ। ਤੇ ਗੁਰੂ ਪਿਆਰਿਓ ਦੇਸ਼ ਕੰਗਾਲੀ ਦੇ ਵੱਲ ਤੋਰਿਆ, ਐਸੇ ਮਾੜੇ ਰਾਜਿਆਂ ਨੇ। ਗੁਰੂ ਕਿਰਪਾ ਕਰਨ, ਇਹ ਲੋਕ ਗਿਣਤੀਆਂ ਮਿੰਟੀਆਂ ਨਾਲ ਰੱਬ ਭਾਲਦੇ ਆ, ਗਿਣਤੀਆਂ ਮਿੰਟੀਆਂ ਨਾਲ ਨਾ ਸੱਚ ਮਿਲੇ, ਨਾ ਰੱਬ ਮਿਲੇ, ਨਾ ਸੁੱਖ ਮਿਲੇ। ਪ੍ਰੀਤਮ ਜੀ ਕਹਿੰਦੇ ਬਿਖ ਬਿਹਾਜਾ ਬਿਖ ਮੋਹ ਪਿਆਸੇ ਜ਼ਹਿਰ ਇਕੱਠਾ ਕਰਦੇ ਆ। ਜ਼ਹਿਰ ਦਾ ਮਤਲਬ ਠੱਗੀ ਦੀ ਮਾਇਆ। ਪਾਤਸ਼ਾਹ ਜੀ ਦਾ ਬਚਨ ਹੈ ਬੜਾ ਸੁੰਦਰ, ਕਹਿਣ ਲੱਗੇ ਜਿਹੜਾ ਗਊ ਹੈ ਖਾਣੀ, ਠੱਗੀ ਦਾ ਮਾਲ ਖਾਣਾ ਹਿੰਦੂ ਵਾਸਤੇ ਗਊ ਖਾਣ ਦੇ ਬਰਾਬਰ ਹੈ ਤੇ ਮੁਸਲਮਾਨ ਵਾਸਤੇ ਸੂਰ ਖਾਣ ਦੇ ਬਰਾਬਰ ਹੈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਤਾਂ ਹਾਮੀ ਭਰੂਗਾ ਸਾਡੀ ਜੇ ਅਸੀਂ ਕਿਸੇ ਦਾ ਹੱਕ ਨਹੀਂ ਖਾਵਾਂਗੇ। ਤੇ ਅੱਜ ਦਾ ਤਾਂ ਸਿਸਟਮ ਹੀ ਬਿਲਕੁਲ ਉਲਟ ਚੱਲਿਆ ਹੋਇਆ। ਗੁਰਬਾਣੀ ਦੇ ਪਾਤਸ਼ਾਹ ਜੀ ਕਹਿੰਦੇ ਬਿਖ ਬਿਹਾਜਾ ਬਿਖ ਮੋਹ ਪਿਆਸਾ। ਉਹ ਜਿਹੜੇ ਲੋਕ ਜ਼ਹਿਰ ਹੀ ਇਕੱਠਾ ਕਰਦੇ ਫਿਰਦੇ ਐ, ਜ਼ਹਿਰ ਦੇ ਮੋਹ ਵਿੱਚ ਹੀ ਫਸੇ ਹੋਏ ਨਾ, ਕੂੜ ਬੋਲ ਬੇਖਾਵਣਿਆ। ਤੇ ਤੁਸੀਂ ਦੱਸੋ ਵੀ ਉਹ ਜ਼ਹਿਰ ਕਿਤੇ ਸਾਨੂੰ ਬਚਾਊਗਾ? ਜ਼ਹਿਰ ਮੌਤ ਦਿੰਦਾ ਹੈ, ਇਸੇ ਤਰ੍ਹਾਂ ਠੱਗੀ ਦਾ ਮਾਲ ਵੀ ਬੰਦੇ ਨੂੰ ਦੁੱਖ ਦਿੰਦਾ। ਪ੍ਰੀਤਮ ਜੀ ਕਹਿੰਦੇ ਕੂੜ ਬੋਲ ਬੇਖਾਵਣਿਆ, ਆਓ ਗੁਰੂ ਦੀ ਕਿਰਪਾ ਲਈਏ। ਗੁਰ ਪ੍ਰਸਾਦੀ ਏਕੋ ਜਾਣਾ। ਸਾਰਿਆਂ ਵਿੱਚ ਪਰਮੇਸ਼ਰ ਨੂੰ ਵੇਖੋ। ਗੁਰੂ ਜੀ ਜੇ ਸੱਚ ਦੇ ਰਸਤੇ 'ਤੇ ਚੱਲਦੇ ਹੋ, ਧਰਮ ਦੇ ਮਾਰਗ 'ਤੇ ਚੱਲਦੇ ਹੋ, ਤੇ ਜਨਤਾ ਵਿੱਚ ਰੱਬ ਨੂੰ ਦੇਖੋ ਜਿਵੇਂ ਰਾਜਾ ਰਣਜੀਤ ਸਿੰਘ ਦੇਖਦਾ ਸੀ। ਗੁਰੂ ਪਿਆਰਿਓ, ਇਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਕਹਿਣ ਲੱਗੇ ਆਓ ਸਾਰਿਆਂ ਵਿੱਚ ਪਰਮੇਸ਼ਰ ਨੂੰ ਦੇਖੀਏ। ਇੱਕ ਵਾਰੀ ਜਾ ਕਰਕੇ ਰਣਜੀਤ ਸਿੰਘ ਜੀ ਦੇ ਕੋਲ ਕੁਝ ਹਿੰਦੂਆਂ ਨੇ ਸ਼ਿਕਾਇਤ ਲਾਤੀ ਕਿ ਬਈ ਜਿਹੜੇ ਮੁਸਲਮਾਨ ਹੈ ਮਹਾਰਾਜ, ਤੜਕੇ 2-3 ਵਜੇ ਉੱਠ ਕੇ
ਤੇ ਉੱਚੀ ਉੱਚੀ ਕੂਕਾਂ ਮਾਰਨ ਲੱਗ ਜਾਂਦੇ ਆ। ਇਹਨਾਂ ਨੂੰ ਰੋਕਿਆ ਜਾਵੇ। ਉਹ ਤੜਕੇ ਉੱਠ ਕੇ ਬਾਂਗ ਦਿੰਦੇ ਆ, ਔਰ ਬਾਂਗ ਦੇ ਕਰਕੇ ਸਾਰੇ ਮੁਸਲਮਾਨ ਆਪਣੇ ਸਾਥੀ ਵੀਰਾਂ ਨੂੰ ਜਗਾਉਂਦੇ ਆ ਵੀ ਉੱਠੋ ਭਾਈ ਭਜਨ ਕਰੋ। ਉਹਨਾਂ ਨੇ ਜਾ ਕੇ ਸ਼ਿਕਾਇਤ ਕਰਤੀ। ਰਣਜੀਤ ਸਿੰਘ ਨੇ ਇਹਨਾਂ ਨੂੰ ਸੱਦਿਆ ਵੀ ਤੁਸੀਂ ਬਾਂਗ ਕਿਉਂ ਦਿੰਦੇ ਹੋ ਭਾਈ ਤੜਕੇ ਤੜਕੇ? ਇਹ ਸਾਰੇ ਕਹਿੰਦੇ ਸਾਡੀ ਨੀਂਦ ਖਰਾਬ ਹੁੰਦੀ ਹੈ, ਸਾਨੂੰ ਜਗਾ ਦਿੰਦੇ ਆ। ਉਹ ਕਹਿਣ ਲੱਗੇ ਮਹਾਰਾਜ ਅਸੀਂ ਆਪਣੇ ਸਾਰੇ ਭਰਾਵਾਂ ਨੂੰ ਜਗਾਉਣੇ ਆ ਵੀ ਉੱਠੋ ਭਾਈ ਭਜਨ ਦਾ ਸਮਾਂ ਹੋ ਗਿਆ। ਅਸੀਂ ਵੀ ਸਪੀਕਰ 'ਚੋਂ ਕਹਿੰਦੇ ਹੁੰਦੇ ਸੀ ਪਹਿਲਾਂ, ਪਿੰਡਾਂ ਵਿੱਚ ਹਜੇ ਵੀ ਬੋਲਦੇ ਹੋਣਗੇ ਵੀ ਉੱਠੋ ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੇ ਇਸ਼ਨਾਨ ਕਰੋ, ਨਾਮ ਜਪੋ, ਬਾਣੀ ਪੜ੍ਹੋ, ਆਦਿ ਆਦਿ। ਇਹ ਉੱਚੀ ਬਾਂਗ ਦਿੰਦੇ ਆ, ਉੱਚੇ ਥਾਂ 'ਤੇ ਚੜ੍ਹ ਕੇ ਦੂਰ ਤੱਕ ਪਿੰਡ। ਉਦੋਂ ਸਪੀਕਰ ਨਹੀਂ ਸੀ ਹੁੰਦੇ, ਮੂੰਹ ਨਾਲ ਹੀ ਬਾਂਗ ਦਿੰਦੇ ਹੁੰਦੇ ਸੀ। ਕਹਿਣ ਲੱਗੇ ਵੀ ਤੁਸੀਂ ਬਾਂਗ ਕਿਉਂ? ਕਹਿੰਦੇ ਅਸੀਂ ਆਪਣੇ ਮੁਸਲਮਾਨ ਭਰਾਵਾਂ ਨੂੰ ਜਗਾਉਣਾ ਹੁੰਦਾ ਨਾਮ ਜਪਣ ਵਾਸਤੇ। ਅੱਛਾ, ਅਤੇ ਜਿਹੜੇ ਸ਼ਿਕਾਇਤੀਆਂ ਨੇ ਸ਼ਿਕਾਇਤ ਲਾਈ ਸੀ ਉਹਨਾਂ ਨੂੰ ਮਹਾਰਾਜ ਰਣਜੀਤ ਸਿੰਘ ਜੀ ਕਹਿੰਦੇ ਵੀ ਇੱਦਾਂ ਕਰੋ ਮਿੱਤਰੋ, ਇਹਨਾਂ ਨੂੰ ਬਾਂਗ ਦੇਣੀ ਬੰਦ ਕਰਵਾ ਦਿੰਦੇ ਆ। ਜਿਨ੍ਹਾਂ ਨੇ ਸੌਣਾ ਸੌਂ ਜਿਆ ਕਰੋ, ਅਤੇ ਤੁਸੀਂ ਜਾ ਕਰਕੇ ਇਕੱਲੇ ਇਕੱਲੇ ਘਰ ਦਾ ਗੇਟ ਖੜਕਾ ਦਿਆ ਕਰੋ ਵੀ ਉੱਠੋ ਭਾਈ, ਉੱਠ ਕੇ ਨਮਾਜ਼ ਕਰ ਲਓ। ਵਾਰੀ ਵਾਰੀ ਪਹਿਰਾ ਲਾਓ, ਵਾਰੀ ਵਾਰੀ 2-2 ਬੰਦਿਆਂ ਦੀ ਡਿਊਟੀ ਲਾਓ ਆਪਣੇ ਪਿੰਡ ਵਿੱਚ, ਅਤੇ ਸਾਰੇ ਮੁਸਲਮਾਨਾਂ ਦੇ ਗੇਟ ਤੜਕੇ 2-2:30 ਵਜੇ ਖੜਕਾਇਆ ਕਰੋ ਜਾ ਕੇ ਵੀ ਉੱਠ ਕੇ ਨਾਮ ਜਪ ਲਓ। ਬਾਕੀ ਸੁੱਤੇ ਪਿਆਰਿਆ ਕਰਨਗੇ, 2 ਬੰਦਿਆਂ ਦੀ ਨੀਂਦ ਖਰਾਬ ਹੋਇਆ ਕਰੂਗੀ। ਹੁਣ 2 ਦਿਨ ਤਾਂ ਉਹਨਾਂ ਨੇ ਕੰਮ ਕੀਤਾ। ਮੁੜ ਕੇ ਆ ਕੇ ਕਹਿੰਦੇ ਮਹਾਰਾਜ ਜੀ ਕਹਿ ਦਿਓ ਮੁਸਲਮਾਨਾਂ ਨੂੰ ਆਪਦੀ ਬਾਂਗ ਹੀ ਦੇ ਲਿਆ ਕਰਨ, ਸਾਥੋਂ ਨਹੀਂ ਇਹ ਕੰਮ ਹੁੰਦਾ। ਕੋਈ ਸਤਨਾਮ। ਤੂੰ ਇਸ ਕਰਕੇ ਗੁਰੂ ਪਿਆਰਿਓ ਰਣਜੀਤ ਸਿੰਘ ਰਾਜਾ ਜੀ ਦਾ ਨਿਆਂ ਕਰਨ ਦਾ ਬੜਾ ਸੁੰਦਰ ਢੰਗ ਸੀ। ਆਓ ਗੁਰੂ ਦੀ ਕਿਰਪਾ ਲੈ ਕੇ ਸਾਰਿਆਂ ਵਿੱਚ ਉਸ ਇੱਕ ਨੂੰ ਜਾਣੀਏ। ਗੁਰ ਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ। ਹਿਰਦੇ ਵਿੱਚੋਂ ਦਵੈਤ ਨੂੰ ਮਾਰ ਕੇ ਉਹ ਸੱਚ ਨਾਲ ਜੁੜਨਾ ਕਰੀਏ। ਨਾਨਕ ਏਕੋ ਨਾਮ ਵਰਤੈ ਮਨ ਅੰਤਰ, ਗੁਰ ਪ੍ਰਸਾਦੀ ਪਾਵਣਿਆ। ਜਦੋਂ ਸਾਡੇ ਹਿਰਦੇ ਵਿੱਚ ਹਰੀ ਦਾ ਨਾਮ ਵਸ ਗਿਆ, ਉਹਦੇ ਬੇਅੰਤ ਨਾਮ ਹੈ। ਰਾਮ ਵੀ ਉਹਨੂੰ ਕਹਿੰਦੇ ਆ, ਗੋਬਿੰਦ ਵੀ ਉਹਨੂੰ ਕਹਿੰਦੇ ਆ, ਗੋਪਾਲ ਵੀ ਉਹਨੂੰ ਕਹਿੰਦੇ ਆ, ਕ੍ਰਿਸ਼ਨ ਵੀ ਉਹਨੂੰ ਕਹਿੰਦੇ ਆ, ਪਰਮੇਸ਼ਰ ਵੀ ਉਹਨੂੰ ਕਹਿੰਦੇ ਆ, ਪਰਮਾਤਮਾ ਵੀ ਉਹਨੂੰ ਕਹਿੰਦੇ ਆ। ਪ੍ਰਭੂ ਗੌਡ ਬੇਅੰਤ ਨਾਮ ਹੈ, ਵਾਹਿਗੁਰੂ ਵੀ ਉਸ ਦਾ ਇੱਕ ਨਾਮ ਹੈ। ਤੋ ਇਹ ਬੇਅੰਤ ਨਾਮ ਉਸ ਇੱਕ ਦੇ ਹਨ। ਜਦੋਂ ਤੁਹਾਨੂੰ ਇਹ ਸਮਝ ਆ ਗਈ ਫਿਰ ਸ਼ਾਂਤੀ ਆਉਣੀ ਆ। ਨਾਨਕ ਏਕੋ ਨਾਮ ਵਰਤੈ ਮਨ ਅੰਤਰ, ਗੁਰ ਪ੍ਰਸਾਦੀ ਪਾਵਣਿਆ। ਪਰ ਇਹ ਗੁਰੂ ਦੀ ਕਿਰਪਾ ਤੋਂ ਬਗੈਰ ਸਮਝ ਨਹੀਂ ਆਉਣੀ। ਤਾਂ ਤੇ ਗੁਰੂ ਨੂੰ ਪੁੱਛੀਏ ਗੁਰੂ ਕੀ ਕਹਿੰਦਾ, ਗੁਰਮਤਿ ਅਨੁਸਾਰ ਚੱਲੀਏ। ਇਹ ਸੀ ਪਵਿੱਤਰ ਸ਼ਬਦ ਦੀ ਵਿਚਾਰ। ਅਗਲਾ ਸ਼ਬਦ ਆਰੰਭ ਹੁੰਦਾ ਹੈ ਮਾਝ ਮਹੱਲਾ ਤੀਜਾ। ਵਰਨ ਰੂਪ ਵਰਤੈ ਸਭ ਤੇਰੇ। ਵਰਨ ਰੰਗ ਬਰੰਗੇ ਜਾਤ ਪਾਤ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਣ ਪਾਈ। ਜਿਹੜੀ ਸਰਕਾਰ ਆਉਂਦੀ ਹੈ ਉਹ ਕਹਿੰਦੀ ਹੈ ਸਾਰਿਆਂ ਦਾ ਰੰਗ ਸਾਡੇ ਵਰਗਾ ਹੋਵੇ। ਮੁਗਲਾਂ ਦਾ ਰਾਜ ਆਇਆ, ਉਹ ਕਹਿੰਦੇ ਸਾਰੇ ਮੁਸਲਮਾਨ ਹੋਣ। ਅੱਜ ਕਹਿੰਦੇ ਸਾਰੇ ਭਗਵੇਂ ਹੋਣ। ਦੇਖੋ ਕਿੰਨੇ ਰੌਲੇ ਪੈ ਰਹੇ ਆ, ਕਿੰਨੇ ਥਾਵਾਂ 'ਤੇ ਚੱਕਰ ਪੈ ਰਹੇ ਆ। ਕੋਈ ਕਿਸੇ ਨੂੰ ਫੜਦੇ ਆ 5-7 ਰਲ ਕੇ ਚੱਲ ਓਏ ਜੈ ਸ਼੍ਰੀ ਰਾਮ ਕਹਿ। ਕੋਈ ਕਿਸੇ ਨੂੰ ਫੜਦਾ 5-7 ਰਲ ਕੇ ਉਹਨੂੰ ਜਾ ਕੇ ਆਪਣੇ ਧਰਮ ਦੇ ਮੁਤਾਬਕ ਨਾਮ ਜਪਾਉਣ ਦੀ ਇਰਾਦਾ ਕਰਦਾ ਹੈ। ਪਰ ਗੁਰੂ ਕਹਿੰਦਾ ਸਾਰੇ ਆਪੋ ਆਪਣੇ ਧਰਮ ਵਿੱਚ ਰਹੋ। ਇੱਕ ਮੁਸਲਮਾਨ ਵੀਰ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਧਰਮ ਕਿਹੜਾ ਚੰਗਾ ਹੈ? ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਮਕੋ ਹਮਾਰਾ ਖੂਬ, ਤੁਮਕੋ ਤੁਮਹਾਰਾ ਖੂਬ। ਗੁਰੂ ਨਾਨਕ ਨੂੰ ਪੁੱਛਿਆ, ਉਹ ਕਹਿਣ ਲੱਗੇ ਕਿਹੜਾ ਧਰਮ ਚੰਗਾ ਹੈ? ਅਤੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸਭ ਨੂੰ ਆਪੋ ਆਪਣੇ ਧਰਮ ਦੇ ਵਿੱਚ ਕਾਇਮ ਰਹਿਣਾ ਚਾਹੀਦਾ, ਸੱਚ 'ਤੇ ਚੱਲਣਾ ਚਾਹੀਦਾ, ਇਹੋ ਹੀ ਠੀਕ ਹੈ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਗੁਰੂ ਅਮਰਦਾਸ ਜੀ ਮਹਾਰਾਜ ਸਿੱਖੋ ਉਸ ਪਰਮੇਸ਼ਰ ਦੇ ਰੂਪ ਹੈ ਸਾਰੇ। ਵਰਨ ਰੂਪ ਵਰਤੈ ਸਭ ਤੇਰੇ, ਮਰ ਮਰ ਜੰਮੈ ਫਿਰ ਪਵੈ ਕਨੇਰੇ। ਤੂੰ ਏਕੋ ਨਿਚਲ ਅਗਮ ਪਾਰ, ਗੁਰਮਤੀ ਬੂਝ ਬੁਝਾਵਣਿਆ। ਗੁਰੂ ਦੀ ਮੱਤ ਲੈ ਕੇ ਇਸ ਗੱਲ ਨੂੰ ਸਮਝੀਏ, ਗੁਰੂ ਵਾਲੇ ਬਣੀਏ। ਇਹ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰਵਾਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।